ਸੋਹੀ ਮਹੱਲਾ ਪੰਜਵਾ। ਸੋਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦੀਸਾ ਹੈ। ਇਹ ਭਾਈ ਜੋ ਨਿਤ ਕਰਮ ਨੇ, ਨਮਿਤ ਆਦਿ ਕਰਮ ਨੇ, ਯੱਗ ਆਦਿ ਕਰਮ ਹਨ ਅਤੇ ਧਰਮ ਨੇ, ਯੱਗ ਆਦਿਕ ਅਤੇ ਪਖੰਡ ਵਿਖਾਵੇ ਦੇ ਕਰਮ ਦਿਸਦੇ ਹਨ। ਤਿੰਨ ਜਮ ਜਾਗਾਤੀ ਲੂਟਾ। ਤਿੰਨਾਂ ਨੂੰ ਜਾਗਾਤੀ ਮਸੂਲ ਲੈਣ ਵਾਲਾ ਜਿਹੜਾ ਯਮਦੂਤ ਹੈ ਇਹ ਰਸਤੇ ਵਿੱਚ ਹੀ ਲੁੱਟ ਲੈਂਦਾ ਹੈ। ਭਾਵ ਜਦ ਪਰਲੋਕ ਦੇ ਰਸਤੇ ਵਿੱਚ ਬਹੁਤ ਜ਼ਿਆਦਾ ਦੁੱਖ ਆਉਂਦੇ ਨੇ ਤਾਂ ਉਹਨਾਂ ਤੋਂ ਬਚਣ ਲਈ ਯਮਦੂਤ ਕੀਤੇ ਹੋਏ ਪੁੰਨਾਂ ਦਾ ਫਲ ਜੀਵ ਦੇ ਪਾਸੋਂ ਲੈ ਲੈਂਦੇ ਨੇ। ਆਂਦੇ ਨੇ ਜਦ ਧੁੱਪ ਲੱਗਦੀ ਹੈ, ਜਹ ਮਹਾ ਭਿਆਨ ਤਪਤ ਵੋ ਕਾਮ। ਬੜੀ ਭਿਆਨਕ ਤਪਸ਼ ਹੈ, ਬੜੀ ਗਰਮੀ ਹੈ। ਤੈ ਹਰ ਕੇ ਨਾਮ ਗੀਤੋਂ ਮੋਂ ਪਰੇਸ਼ਾਨ। ਉੱਥੇ ਹਰੀ ਦਾ ਨਾਮ ਛਤਰੀ ਬਣ ਕੇ ਛਾਂ ਕਰੇਗਾ। ਪਰ ਜਿਨ੍ਹਾਂ ਨਾਮ ਨਹੀਂ ਜਪਿਆ ਯਮਦੂਤ ਕਹਿੰਦੇ ਨੇ ਜੇ ਤੈਨੂੰ ਛਾਵੇਂ ਖਿਲਾਰਾਂਗੇ ਤਾਂ ਜਿਹੜਾ ਤੂੰ ਪੁੰਨ ਫਲਾਣੀ ਜਗ੍ਹਾ 'ਤੇ ਫਲਾਣੇ ਸਮੇਂ ਕੀਤਾ ਉਹਦਾ ਫਲ ਸਾਨੂੰ ਦੇ। ਫਿਰ ਜਦ ਪਿਆਸ ਲੱਗਦੀ ਹੈ, ਇਹ ਪਾਣੀ ਮੰਗਦਾ ਹੈ ਤਾਂ ਉਹ ਕਹਿੰਦੇ ਨੇ ਪਾਣੀ ਦਾ ਘੁੱਟ ਤੈਨੂੰ ਤਾਂ ਪਿਆਵਾਂਗੇ ਜਿਹੜਾ ਫਲਾਣੀ ਜਗ੍ਹਾ ਪੁੰਨ ਕੀਤਾ ਉਹ ਸਾਨੂੰ ਦੇ। ਇਉਂ ਛਾਵੇਂ ਖਿਲਾਰਨ ਦੇ ਬਦਲੇ, ਪਾਣੀ ਪਿਆਉਣ ਦੇ ਬਦਲੇ ਯਮਦੂਤ ਰਸਤੇ ਦੇ ਵਿੱਚ ਜੀਵ ਦੇ ਜਿੰਨੇ ਕਰਮ ਧਰਮ ਉਹਨਾਂ ਦਾ ਫਲ ਸਭ ਲੁੱਟ ਕੇ ਖਾਲੀ ਹੱਥ ਧਰਮਰਾਜ ਜੀ ਦੇ ਅੱਗੇ ਪੇਸ਼ ਕਰਦੇ ਨੇ। ਇਸੇ ਲਈ ਸਤਿਗੁਰੂ ਜੀ ਮਹਾਰਾਜ ਨੇ ਇਹ ਸਾਨੂੰ ਹੁਕਮ ਕੀਤਾ ਹੈ, ਬਕਾਇਦਾ ਹੁਕਮ ਹੈ। ਜਿਹੜੀ ਹਦਾਇਤ ਹੁੰਦੀ ਹੈ ਉਹ ਭਾਵੇਂ ਬੰਦਾ ਮੰਨੇ ਜਾਂ ਨਾ ਮੰਨੇ, ਪਰ ਹੁਕਮ ਹਰ ਹਾਲਤ ਦੇ ਵਿੱਚ ਮੰਨਣਾ ਪੈਂਦਾ। ਇਹਦੇ ਵਿੱਚ ਕੋਈ ਛੋਟ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। तीनों जोग तीनों दृढ़ कल केवल नाम आधार। पार कैसे पाई बोरी रहाओ। सो ये कलयुग का जो भयानक समा है, काल नाही जोग नाही, ये योगाभ्यास का समा नहीं, ना ही कर्म धर्म करन का समा है, ना ही सत का ढाब सतवरतगी होने का भी तरीका नहीं है। हरीचंद राजा होया है, वेखो किन्ना सत परतगी, किन्ना उन्हें धर्म कमाया। पर प्रभाती राग विच ओहदी बाबत भी लिखिया है कि जिहड़ा राजा हरीचंद 1.25 मन सोना दान करके फिर अपना मूँह झूठा करदा, रोटी पानी खांदा, ओहदी वेखो कितनी बुरी हालत होई। तिन हरीचंद पृथ्वी पत राजै, कागद कीम न भाई। औगण जाने ता पुन करे क्यों, क्यों ने खास बेखाई। नखास आदम फरोश मंडी का नाम है जो अफगानिस्तान दे विच गजनी शहर दे विच लगदी हुंदी।
ਜਾਂ ਕਾਸ਼ੀ ਦੇ ਵਿੱਚ ਵੀ ਲੱਗਿਆ ਕਰਦੀ। ਉਹਨਾਂ ਵੇਲਿਆਂ ਦੇ ਵਿੱਚ ਉਸ ਮੰਡੀ ਦੇ ਵਿੱਚੋਂ ਨੌਕਰ ਚਾਕਰ ਗੋਲੇ ਆਦਮੀ ਮੁੱਲ ਖਰੀਦ ਕੇ ਘਰ ਲਿਆਏ ਜਾਂਦੇ ਅਤੇ ਉਹਨਾਂ ਤੋਂ ਜ਼ਬਰਦਸਤੀ 24 ਘੰਟੇ ਖੜ੍ਹੀ ਲੱਤ ਆਪਦੀ ਮਰਜ਼ੀ ਨਾਲ ਕੰਮ ਕਰਾਇਆ ਜਾਂਦਾ। ਉਹ ਨਾ ਕਰ ਸਕਦੇ। ਏਡਾ ਵੱਡਾ ਰਾਜਾ ਜਿਹੜਾ 1.25 ਮਣ ਸੋਨਾ ਦਾਨ ਕਰਕੇ ਫਿਰ ਰੋਟੀ ਖਾਂਦਾ ਹੁੰਦਾ ਸੀ। ਵੇਖੋ ਫਿਰ ਵੀ ਉਹਦੀ ਬੁਰੀ ਹਾਲਤ ਹੋਈ। ਵਿਸ਼ਵਾਮਿੱਤਰ ਇਹਨੂੰ ਗੁੱਸਾ ਚੜ੍ਹ ਗਿਆ ਕਿ ਜਿਹੜਾ ਇਹਦਾ ਪਿਤਾ ਤ੍ਰਿਸ਼ੰਕੂ ਰਾਜਾ ਸੀ ਉਹ ਤਾਂ ਮੇਰਾ ਚੇਲਾ ਸੀ। ਇਹਨੇ ਮੈਨੂੰ ਛੱਡ ਕੇ ਤੇ ਵਸ਼ਿਸ਼ਟ ਨੂੰ ਕਿਉਂ ਗੁਰੂ ਧਾਰਨ ਕਰ ਲਿਆ? ਇਹਨੂੰ ਮੈਂ ਮੱਤ ਸਿਖਾਵਾਂ। ਸੂਰ ਦਾ ਰੂਪ ਧਾਰ ਕੇ ਉਹਦਾ ਬਾਗ ਪੁੱਟਣ ਲੱਗ ਪਿਆ। ਰਾਜੇ ਨੇ ਉਹਦੇ ਮਗਰ ਘੋੜਾ ਦੌੜਾਇਆ। ਵਜ਼ੀਰਾਂ ਨੇ ਬਥੇਰਾ ਕਿਹਾ, ਕਹਿੰਦੇ ਮਹਾਰਾਜ ਤੁਹਾਡੀ ਰੋਟੀ ਦਾ ਟਾਈਮ ਹੋਇਆ, ਆਪਾਂ ਪਿੱਛੇ ਚੱਲੀਏ। ਇਹ ਸੂਰ ਕੋਈ ਛਲ ਜਾਪਦਾ, ਇਹ ਕਦੀ ਪਹਿਲਾਂ ਵੇਖਿਆ ਨਹੀਂ ਅਤੇ ਬਟੰਗਾ ਜਿਹਾ ਹੈ। ਤੁਹਾਡੇ ਨਾਲ ਧੋਖਾ ਹੋਏਗਾ, ਤੁਸੀਂ ਇਹਦੇ ਮਗਰ ਨਾ ਜਾਓ। ਪਰ ਹਰੀ ਚੰਦ ਰਾਜੇ ਨੇ ਜਿੱਦ ਕੀਤੀ। ਉਹ ਸੂਰ ਮਾੜਾ ਮੋਟਾ ਇਹਨੂੰ ਭਜਾ ਕੇ ਇੱਧਰ ਉੱਧਰ ਹੋ ਕੇ ਲੁਕ ਗਿਆ। ਮੁੜ ਕੇ ਵਿਸ਼ਵਾਮਿੱਤਰ ਬਣ ਗਿਆ। ਵੇਖੋ ਲੋਭ ਕਿੰਨਾ ਪ੍ਰਬਲ ਹੈ। ਜਿਸ ਸਾਧ ਦਾ ਕੱਖ ਵੀ ਨਹੀਂ ਹੈ, ਨਾ ਉਹਨੂੰ ਰੋਟੀ ਚਾਹੀਦੀ ਹੈ, ਨਾ ਉਹਨੂੰ ਮਕਾਨ ਚਾਹੀਦਾ, ਨਾ ਉਹਨੂੰ ਪੈਸਾ ਚਾਹੀਦਾ। ਧੋਤੀ ਲੰਗੋਟੀ ਵਾਲੇ ਨਾਂਗੇ ਸਾਧੂ, ਹਮ ਸਾਧੂ ਹੋਤੇ हैं ਜੀ, ਬੜੇ ਤਿਆਗੀ ਵਿਰਾਗੀ। ਪਰ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਵੀ ਮੱਥਾ ਟਿਕਾਉਣ ਦੀ, ਪੂਜਾ ਕਰਾਉਣ ਦੀ ਇੱਛਾ ਹੁੰਦੀ ਹੈ। ਸਤੋ ਗੁਣੀ ਤਾਂ ਬਣ ਜਾਂਦੇ ਨੇ, ਪੈਸੇ ਦੀ ਕੀਮਤ ਵੀ ਉਹਨਾਂ ਕੋਲ ਮੁੱਕ ਜਾਂਦੀ ਹੈ ਵੀ ਪੈਸਾ ਕੀ ਕਰਨਾ ਜੀ, ਸਾਧ ਬਣ ਗਏ। ਮਕਾਨ ਦੀ ਕੀ ਲੋੜ ਹੈ, ਜੰਗਲ 'ਚ ਚੌਂਕੜਾ ਮਾਰ ਲਿਆ। ਪ੍ਰਭੂ ਦੀ ਮਾਇਆ ਵੇਖੋ ਕਿੰਨੀ ਪ੍ਰਬਲ ਹੈ ਕਿ ਇਹੋ ਜਿਹੇ ਸਾਧੂ ਨੂੰ ਵੀ ਨਹੀਂ ਛੱਡਦੇ। ਮਨ ਦੇ ਵਿੱਚ ਪੂਜਾ ਕਰਾਉਣ ਦੀ ਇੱਛਾ, ਸਤਿਕਾਰ ਕਰਾਉਣ ਦੀ ਇੱਛਾ ਨਹੀਂ ਜਾਂਦੀ ਕਿਸੇ ਦੀ ਵੀ। ਲਾਲਚ ਵਿੱਚ ਆ ਕੇ ਕਿ ਰਾਜਾ ਮੇਰੀ ਪੂਜਾ ਕਰੇਗਾ। ਜਿਹੜੀ ਵਾਹ ਵਾਹ ਦੀ ਪਾਵਰ ਹੁੰਦੀ ਹੈ, ਜਿੰਦਾਬਾਦ ਜਿੰਦਾਬਾਦ, ਝੰਡੀਆਂ ਚੁੱਕ ਕੇ ਨਾਮ ਲੈ ਕੇ ਫਲਾਣਾ ਜਿੰਦਾਬਾਦ, ਵਾਹ ਵਾਹ। ਰੋਟੀ ਭਾਵੇਂ ਕਿਸੇ ਨੂੰ ਨਾ ਹੀ ਖਵਾਓ, ਪਾਣੀ ਭਾਵੇਂ ਨਾ ਪਿਆਓ, ਪੈਸਾ ਭਾਵੇਂ ਨਾ ਦਿਓ, ਪਰ ਵਾਹ ਵਾਹ ਦੀ ਜਿਹੜੀ ਖੁਰਾਕ ਹੈ ਇਹ ਹਰੇਕ ਇਨਸਾਨ ਖਾਂਦਾ ਹੈ। ਇਹਦੇ ਤੋਂ ਬਗੈਰ, ਰੋਟੀ ਤੋਂ ਬਗੈਰ 2 ਟੰਗਾਂ ਆਪਾਂ ਕੱਟ ਸਕਦੇ ਹਾਂ, ਪਾਣੀ ਤੋਂ ਬਗੈਰ ਵੀ 1-2 ਦਿਨ ਲੰਘ ਜਾਣਗੇ। ਪਰ ਜੇ ਵਾਹ ਵਾਹ ਨਹੀਂ ਹੋਏਗੀ, ਸਤਿਕਾਰ ਨਹੀਂ ਹੋਏਗਾ, ਫਿਰ 1 ਮਿੰਟ ਰਹਿਣਾ ਔਖਾ ਹੋ ਜਾਂਦਾ। ਬੱਗਾ ਪੀਲਾ ਜਿਹਾ ਚਿਹਰਾ ਹੋ ਜਾਏਗਾ ਵੀ ਇਹਨੇ ਤਾਂ ਬੁਲਾਇਆ ਨਹੀਂ ਸਾਨੂੰ। ਵਾਹ ਵਾਹ ਦੀ ਬੜੀ ਵੱਡੀ ਪਾਵਰ ਹੈ ਜੋ ਰੋਟੀ ਨਾਲੋਂ ਵੀ ਜ਼ਿਆਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਵੇਲੇ ਦੀ ਬਾਤ ਹੈ। ਕਿਸੇ ਸਾਧ ਨੇ ਚਲੀਸਾ ਰੱਖਿਆ ਅਤੇ ਮਹਾਰਾਜ ਨਗਰ ਗਏ। ਨਗਰ ਨਿਵਾਸੀ ਬੜਾ ਉੱਥੇ ਮੇਲਾ ਕਰ ਰਹੇ ਸਨ। ਮਹਾਰਾਜ ਕਹਿੰਦੇ ਕੀ ਆ ਜੀ ਅੱਜ? ਕਹਿੰਦੇ ਅੱਜ ਸਾਡੇ ਮਹਾਂਪੁਰਖਾਂ ਨੇ ਭੋਰੇ ਵਿੱਚੋਂ ਬਾਹਰ ਆਉਣਾ ਹੈ 40 ਦਿਨਾਂ ਬਾਅਦ। ਨਾ ਉਹ ਰੋਟੀ ਖਾਂਦੇ ਨੇ 40 ਦਿਨ, ਨਾ ਉਹ ਪਾਣੀ ਪੀਂਦੇ ਨੇ, ਸਿਰਫ ਤਪ ਕਰਦੇ ਰਹਿੰਦੇ। ਅਤੇ 40 ਦਿਨਾਂ ਬਾਅਦ ਸੂਰਜ ਦੇਖਦੇ ਨੇ। ਐਡੇ ਵੱਡੇ ਮਹਾਂਪੁਰਖ ਨੇ, ਕੁਝ ਨਹੀਂ ਖਾਂਦੇ। ਮਹਾਰਾਜ ਕਹਿੰਦੇ ਜੇ ਤਾਂ ਹੋ ਨਹੀਂ ਸਕਦਾ। ਕੋਈ ਵੀ ਇਨਸਾਨ ਜੋ ਹੈ ਉਹ ਖਾਣ ਪੀਣ ਤੋਂ ਬਗੈਰ ਤਾਂ ਰਹਿ ਨਹੀਂ ਸਕਦਾ।
ਖਾਣਾ ਪੀਣਾ ਤਾਂ ਪਏਗਾ, ਆਪਾਂ ਤਾਂ ਨਹੀਂ ਮੰਨਦੇ। ਆ ਜਿਹੜੇ ਭੁੱਖ ਹੜਤਾਲ 'ਤੇ ਬੈਠਦੇ ਨੇ, ਬਿਲਕੁਲ ਪਖੰਡ, ਨਿਰੋਲ, ਝੂਠ, ਛਲ, ਫਰੇਬ, ਕੋਈ ਵੀ ਹੈ ਭਾਵੇਂ। ਗੁਰੂ ਘਰ ਦੇ ਵਿੱਚ ਗੁਰਮਤਿ ਅਨੁਸਾਰ ਭੁੱਖ ਹੜਤਾਲ ਦਾ ਅੱਖਰ ਹੀ ਨਹੀਂ ਹੈ ਸਾਡੀ ਡਿਕਸ਼ਨਰੀ 'ਚ। को किसी को राज न दे है, जो लय है निज बल से लय है। महाराजा रणजीत सिंह ने भुख हड़ताल नहीं सी रखी, छत्र के जोर नाल मुसले भजाए सी ते किरपान की ताकत नाल वो तख्त ते बैठा सी। इस तरह भुख हड़ताल नाल नहीं कुछ भी बनना। अगले नूं की मरदा कोई मरे पिया, तो जोड़ा भुख हड़ताल का स्टंट करता है वह भी भुखा नहीं रहिंदा। रात बराते कुछ ना कुछ वो खाई पी भी जाते हैं। रोटी तो मेरे वर्गे गरीबों के हिस्से आती है, प्रशादा तो आप ही छकते हैं। लोग तो दुध पींदे ने, जूस पींदे ने, अनार खाते हैं, सेब खाते हैं। जिन्हों देसी घ्यो का 3 मील का कड़ा प्रसाद मिले, चंगा गाफा, उन्होंने रोटी की की लोड़ है। श्राद्ध चल रहे ने, पंडितों दी बड़िया स्टोरियां ग्रंथों में लिखियां मिलदियां। वो किसी कहा जी चूरन खा लो जे पेट दर्द हो रही है, कहता जी चूरन जोगी जगह होंदी तो एक पूड़ा होर ना खा लेंदे। तो इस वास्ते उत्थे तां खीर कड़ा चलता है। रोटी तो आम साढ़े वर्गे बंदे खाते हैं, सब्जी भाजी नाल। अमीर बंदी रोटी नहीं खाते। कई बड़ी शेखी मान के आप तो रोटी नहीं खाते जी। किते पुछ के वेखियो भी की खाते हो? ड्राई फ्रूट। जिन्होंने ड्राई फ्रूट मिले उन्हें रोटी वाल की वेखना। भुख हड़ताल इंज दी हुंदी है, जूस भी पीवी जाना, कड़ा प्रसाद भी छकी जाना, जो दगड़दी मगड़दी सब कुछ करी जानी, सिर्फ रोटी नहीं खानी, पानी भी पीवी जाओ। तो इस वास्ते बिल्कुल स्टंड है तो पखंड है। गुरु घर दे विच इहदी कोई अहमियत नहीं। ना हमारे ने भुख हड़ताल रखी है तो ना कोई इहदी आग्या दी है। हाँ, रोस मुजाहरा हो सकता, प्रोटेस्ट हो सकता, वो गल वखरी है। शांति नाल भी हो सकता। फिर दूजा तरीका सिंघा वाला तो है ही है। को किसी को राज न दे है, जो लय है निज बल से है। शस्त्र के अधीन है राज। जिहड़ा राज भाग वो शस्त्रों के अधीन है। गुरुद्वारे ने मंग नहीं मंगी, हक मंगे हैं, जो बराबर का हक हुंदा है। सो रहो विचार। जिहड़ा ये विश्वामित्र सी, ये इन्ना गुस्से में आया, इनू पूजा कराने की इच्छा जागी। सतगुरु नानक देव जी बाबत मैं बचन सुना रहा सी। लोग कहते जी संत कुछ खांदा नहीं, मारे कहते तुहानूं हुणे दिखाउंदे आ, इंज करो। संतां ने कदों निकलना? कहते बस निकलण वाले ही ने। मारे कहते आप आपदे घरां नूं जाओ, किसी ने इत्थे रहना। तो फिर तुसीं वेखियो, मैं तुहानूं दिखाऊंगा भी संत की खांदा है। उन्हें सारियां नूं घरां नूं भजाता, मेला छिन भिन कर दिता। वो संत जी महाराज बाहर आए। जद भोरे साहब तो बाहर आए, ना कोई ढोल खड़कदा वेखिया, ना कोई वाजा वजदा वेखिया, कोई भी जोड़ मेला नहीं वेखिया। एकदम हौका ही लै गया। तो उस वक्त ही वो चढ़ाई कर गया। मुड़के लोग आए, हमारे कहते देख लो, संत वडियाई की खुराक खांदा सीगा, इनू वडियाई की खुराक नहीं मिली तो चढ़ाई कर गया। इस वास्ते वडियाई की बहुत वड्डी खुराक होंदी है। वो जिहड़ा विश्वामित्र सीगा, उन्हें लालच बस सूर बन के, पशु बन के ते बाग पुटना शुरू कर दिता। तो फिर
ਅਸਲੀ ਰੂਪ ਦੇ ਵਿੱਚ ਆ ਗਿਆ ਤੇ ਇਹਦੇ ਸਾਹਮਣੇ ਆਇਆ। ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਘੋੜੇ ਤੋਂ ਉਤਰਿਆ। ਇਹਦਾ ਰੋਟੀ ਦਾ ਟਾਈਮ ਹੋਇਆ ਸੀ ਤੇ ਇਹ ਸੋਚੀ ਬਹਿ ਗਿਆ ਕਿ ਮੈਂ ਸਵਾ ਮਣ ਸੋਨਾ ਦਾਨ ਕਰਕੇ ਫਿਰ ਰੋਟੀ ਛਕਦਾ। ਬਾਕੀ ਘੋੜਾ ਭਜਾਉਣ ਦੇ ਨਾਲ ਸ਼ਿਕਾਰ ਦੀ ਭਾਲ ਦੇ ਵਿੱਚ ਕਾਫੀ ਦੂਰ ਆ ਗਿਆ। ਪਿਆਸ ਨੇ ਬੜਾ ਤੰਗ ਕੀਤਾ। ਰੋਟੀ ਤੋਂ ਬਗੈਰ ਤਾਂ ਘੜੀ ਘੰਟਾ ਕੱਟਿਆ ਜਾ ਸਕਦਾ, ਪਰ ਪਾਣੀ ਤੋਂ ਬਗੈਰ ਕੱਟਣਾ ਔਖਾ। ਲਾਗੇ ਨਦੀ ਵਹਿ ਰਹੀ ਸੀ। ਸੋਚਿਆ ਪਾਣੀ ਨਾ ਪੀਤਾ ਚੜ੍ਹਾਈ ਕਰ ਜਾਊਂਗਾ, ਪਰ ਮੇਰਾ ਪ੍ਰਣ ਟੁੱਟੇਗਾ ਜੋ ਮੈਂ ਦਾਨ ਕਰਕੇ ਰੋਟੀ ਪਾਣੀ ਖਾਂਦਾ। ਇਹਨੇ ਛਲ ਦੇ ਨਾਲ ਵਿਸ਼ਵਾਮਿੱਤਰ ਨੇ ਆਖਿਆ ਕਿ ਹੇ ਰਾਜਨ, ਤੂੰ ਇਉਂ ਕਰ, ਪਾਣੀ ਹੁਣ ਪੀ ਲਾ ਤੇ ਦਾਨ ਦਾ ਸੰਕਲਪ ਕਰ ਦੇ। ਦਾਨ ਭਾਵੇਂ ਮਹਿਲਾਂ ਵਿੱਚ ਜਾ ਕੇ ਦੇ ਦੇਈਂ। ਉਹ ਕਹਿਣ ਲੱਗਾ ਇੰਝ ਕਿਵੇਂ ਹੋ ਸਕਦਾ? ਕਹਿੰਦਾ ਹੋ ਸਕਦਾ ਹੈ, ਤੂੰ ਸੰਕਲਪ ਕਰ ਦੇ। ਉਹਨੇ ਚੁਲੀ ਭਰ ਕੇ ਪਾਣੀ ਦੀ ਤੇ ਸੰਕਲਪ ਕਰ ਦਿੱਤਾ ਕਿ ਮੈਂ ਸਵਾ ਮਣ ਸੋਨਾ ਵਿਸ਼ਵਾਮਿੱਤਰ ਨੂੰ ਦਾਨ ਕਰਾਂਗਾ। ਕਹਿੰਦਾ ਹੁਣ ਤੂੰ ਪਾਣੀ ਪੀ ਸਕਦਾ। ਜਦ ਮਹਿਲਾਂ ਵਿੱਚ ਆਏ, ਇਹਨੇ ਆਪਦੇ ਸ਼ਕਤੀ ਦੇ ਨਾਲ ਉਹਦਾ ਸਾਰਾ ਖਜ਼ਾਨਾ ਭਸਮ ਕਰ ਦਿੱਤਾ। ਇਹ ਫਿਰ ਕਹਿਣ ਲੱਗਾ ਤੂੰ ਆਪਣਾ ਸੰਕਲਪ ਕੀਤਾ ਹੈ, ਸੰਕਲਪ ਪੂਰਾ ਕਰ। ਕਹਿਣ ਲੱਗਾ ਮੇਰੇ ਕੋਲ ਤਾਂ ਹੁਣ ਕੁਛ ਵੀ ਨਹੀਂ ਹੈ, ਮੇਰਾ ਸਰੀਰ ਹੀ ਹੈ। ਕਹਿੰਦਾ ਮੈਨੂੰ ਸਰੀਰ ਦੇ ਦੇ। ਇਹਨੇ ਆਪ ਦਾ ਸਰੀਰ ਭੇਟਾ ਕਰ ਦਿੱਤਾ। ਜਦ ਉਹਨੂੰ ਵਿਸ਼ਵਾਮਿੱਤਰ ਲੈ ਕੇ ਤੁਰਨ ਲੱਗਾ, ਘਰ ਵਾਲੀ ਤੇ ਬੱਚਾ ਰੋਂਦਾ ਰੋਂਦਾ ਉਹ ਵੀ ਨਾਲ ਆ ਗਿਆ। ਕਹਿੰਦੇ ਸਾਡਾ ਵੀ ਧਰਮ ਹੈ, ਅਸੀਂ ਤੁਹਾਡੇ ਤੋਂ ਬਗੈਰ ਇਕੱਲੇ ਨਹੀਂ ਰਹਾਂਗੇ। ਤਿੰਨਾਂ ਨੂੰ ਕਾਸ਼ੀ ਦੀ ਆਦਮ ਫਰੋਸ਼ ਮੰਡੀ ਵਿੱਚ ਵੇਚ ਦਿੱਤਾ ਤੇ ਬਾਅਦ ਦੇ ਵਿੱਚ ਇਹਨੂੰ ਮੜੀਆਂ ਦਾ ਪਹਿਰੇਦਾਰ ਬਣਾਇਆ। ਘਰ ਵਾਲੀ ਨੂੰ ਕੋਈ ਮਾਲੀ ਖਰੀਦ ਕੇ ਲੈ ਗਿਆ, ਇਹਨੂੰ ਮੜੀਆਂ ਵਾਲਾ ਠੇਕੇਦਾਰ ਖਰੀਦ ਕੇ ਲੈ ਗਿਆ। ਉਹ ਫੁੱਲ ਤੋੜਦਿਆਂ ਮੁੰਡੇ ਨੂੰ ਸੱਪ ਲੜਿਆ। ਉਹ ਸੰਸਕਾਰ ਕਰਨ ਆਈ, ਉਹ ਕਰਨ ਨਾ ਦੇਵੇ। ਜਿਹੜਾ ਪੈਸਾ ਧੇਲਾ ਰੱਖਿਆ ਸੀ ਆਨਾ ਟਕਾ, ਉਹ ਕਹੇ ਮੈਨੂੰ ਪੈਸੇ ਦੇ, ਮੇਰੇ ਮਾਲਕ ਦਾ ਹੁਕਮ ਹੈ। ਉਹ ਕਹੇ ਮੇਰੇ ਕੋਲ ਪੈਸੇ ਨਹੀਂ ਹੈਗੇ। ਮੁੰਡਾ ਉਹਦਾ ਆਪਣਾ ਹੀ ਇਹਨਾਂ ਧਰਮ ਕਮਾਇਆ, ਸਤਿਪਰਦਗੀ ਹੋਇਆ। ਇਉਂ ਸਾਧ ਸੰਗਤ ਜੀ ਉਹ ਬਹੁਤ ਦੁਖੀ ਹੋਣਾ ਪਿਆ। ਆਖਰ ਭਾਵੇਂ ਤਿੰਨਾਂ ਨੂੰ ਮਹਾਰਾਜ ਨੇ ਸਵਰਗਾਂ ਨੂੰ ਤੋਰਿਆ ਤੇ ਪਰ ਦਾਨ ਕਰਨ ਦੀ ਇਹਨਾਂ ਨੂੰ ਮੁਸ਼ਕਲ ਤਾਂ ਬੜੀ ਆਈ। ਸੁੱਖ ਤਾਂ ਨਹੀਂ ਬਹੁਤਾ ਮਿਲਿਆ, ਅੰਤ ਨੂੰ ਤਾਂ ਭਾਵੇਂ ਸੋ ਇਹਨਾਂ ਨੂੰ ਸਵਰਗ ਵਿੱਚ ਨਿਵਾਸ ਕਰਾਇਆ। ਇਸ ਵਾਸਤੇ ਜਿਹੜੇ ਕਰਮ ਧਰਮ ਹਨ ਇਹ ਮਨ ਨੂੰ ਸ਼ਾਂਤੀ ਨਹੀਂ ਦੇ ਸਕਦੇ, ਮਨ ਨੂੰ ਸੁੱਖ ਨਹੀਂ ਦੇ ਸਕਦੇ। ਮਨ ਦਾ ਸੁੱਖ ਤਾਂ ਬੜੀ ਦੂਰ ਦੀ ਬਾਤ ਹੈ। ਦੁਨਿਆਵੀ ਸੁੱਖ ਤੋਂ ਵੀ ਹਰੀ ਚੰਦ ਰਾਜੇ ਨੂੰ ਦੇਖੋ ਵਾਂਝਾ ਕਰ ਦਿੱਤਾ। ਇਸ ਲਈ ਜਿਹੜਾ ਮਨ ਵਿੱਚ ਸੋਚਦੇ ਰਹਿਣਾ ਹੈ ਕਿ ਮੈਂ ਦਾਨ ਦੇਣਾ ਹੈ, ਦਾਨ ਦੇਣਾ ਹੈ, ਫਲਾਣੀ ਜਗ੍ਹਾ ਜਾ ਕੇ ਮੈਂ ਆਹ ਕਰਾਂਗਾ ਉਹ ਕਰਾਂਗਾ, ਉਹ ਸੰਕਲਪ ਵਿਕਲਪ ਤਾਂ ਹੋ ਗਏ, ਮਨ ਦਾ ਫੁਰਨਾ ਤਾਂ ਨਹੀਂ ਮਿਟਿਆ। ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹ ਹਮੇਸ਼ਾ ਨਾਮ ਬਾਣੀ ਵਿੱਚ ਚਿੱਤ ਜੋੜਦੇ ਨੇ, ਕਦੀ ਫੁਰਨਾ ਨਹੀਂ ਕਰਦੇ। ਪਰ ਜਦ ਕੋਈ ਲੋੜ ਬਣੇ ਤਾਂ ਪੈਸਾ ਤਾਂ ਕੀ ਆਪਣੇ ਕੋਲ ਰੱਖਣਾ ਜਾਂ ਲੁਕਾ ਕੇ ਰੱਖਣਾ, ਆਪਣਾ ਸਿਰ ਤੱਕ ਗੁਰੂ ਘਰ ਨੂੰ, ਕੌਮ ਨੂੰ, ਦੇਸ਼ ਨੂੰ ਭੇਟਾ ਕਰ ਦਿੰਦੇ ਨੇ। ਅੱਜ ਇਹਨਾਂ ਦੇ ਅਸਥਾਨ ਦੇ ਆ ਬੈਠੇ ਹੋ, ਇਹਨਾਂ ਤੋਂ ਵੱਡਾ ਦਾਨੀ ਦੁਨੀਆ 'ਚ ਕੋਈ ਤੁਸੀਂ ਲੱਭ ਸਕਦੇ ਹੋ? ਦੱਸੋ। ਕਿਸੇ ਨੂੰ ਕੋਈ ਰੋਟੀ ਖਵਾ ਸਕਦਾ ਹੈ, ਕੋਈ ਮਕਾਨ ਬਣਾ ਕੇ ਦੇ ਸਕਦਾ ਹੈ, ਤੇ ਉਹ ਵੀ ਅੱਜ ਕੱਲ੍ਹ ਨਵੀਂ ਰੀਤੀ ਹੈ। ਜਿਹੜਾ ਵੀ ਕੋਈ ਅਹੁਦੇ 'ਤੇ ਆਉਂਦਾ ਹੈ, ਸਰਕਾਰੀ ਬੰਦਾ ਹੈ, ਤਾਂ ਬੰਦਿਆਂ ਵਰਗੇ ਬੰਦੇ ਨੇ, ਦੁਨੀਆ ਦਾ ਹੀ, ਜਨਤਾ ਦਾ ਹੀ ਟੈਕਸ, ਨਾਮ ਲਿਖ ਦੇਣਾ ਆਪਣਾ,
जिन्ने भी अहुदे ते आउणा राशन कार्ड ते भी अपना नाम, जे किसी गरीब नूं कोई माड़ा मोटा बाथरूम ला के दिता दरवाजा, उत्थे भी आपदी मोहर ते नीला रंग करके आपदी फोटो ला देनी। एंबूलेंसा चलाइया है सब कोई खजाना जनता का, ना आपदा लिख देना, फोटो अपनी ला देनी। आ भैणां नूं लड़कियां नूं स्कूल वाले पढ़न वालियां विद्यार्थियों नूं सैकल दिते, फोटो अपनी। माता भागो की फोटो पैरों च, दसो किन्नी क सियाणप है। कणक वंडदे उत्ते आपदा नाम, राशन कार्ड उत्ते आपदा, बंदे की बेइज्जती है प्रतख। वेखण वाला की सोचदा भी ये मंगता है। 2-2 रुपया पिछे, 2.5 रुपया पिछे लैना दियां लैना लवाउणियां, तो फल घट मेहनत ज़्यादा, तो चीज़ भी सब तो नकमी। तो इस तरीके दे नाल इहो ਜਿਹੇ दान पुण्य नूं कहंदे अग 'च सुੱਟੋ। ये तो निरी शोहरत है, वडियाई है, ये तो मद होर कुछ नहीं है। आसा दी वार दे विच महाराज ने लिखिया है, कहंदे दे दे मंगे सहसा गुण शोभ करे संसार। देण वाला दान दान करदा है। जे असीं 10 रुपये चढ़ाए ने ते अरदासां करा लईआं 100, आ भी मिले वो भी मिले। रुपया चढ़ा के 10 मंग ले, 10 चढ़ा के 100 मंग लिया, वो काहदा दान होया। जे महाराज ने रिटायरमेंट दे कोई 4-5 लाख रुपया दे दिता, तो वो चों जे 10,000 गुरुद्वारे नूं देता, तो उत्ते दानी सज्जन काहदा हो गया। पत्थर दे आखे मेरा नाम लिखो जी, दानी सज्जना की सोची। फलाने ने अपने रिटायरमेंट की खुशी 10,000 दिता जी, उन्हें आ कूलर की सेवा कराई जी, आ पखियां दे रंग लगे होंदे। आम गुरु घरां दे विच तुसीं जांदे हो, इत्थे तां महाराज की कृपा है, मत्था टेकन जाईदा गुरुद्वारे, नाम होना चाहिए वाहिगुरू का, ते जिहड़ा नाम है वो मेरे तेरे एक दूजे का। बल्कि मैनू तुहाडे नाल कोई मतलब नहीं, तुहानू मेरे नाल कोई मतलब नहीं। अगला हथ जोड़ के अरदास गुरु महाराज के चरणों में करन वास्ते खड़ा है, तो वो नाम किसी होर दे लई जाने, तो खड़ा खड़ोता बंदा भावें घबरा जाए। इस तरह हरेक जगह ते पत्थर ते की, कंधां दे की, चीज़ां दे की, नाम दे नाल सब रंग देनियां, वो काहदा दान है। वो तो शोभ करे संसार। ये मन की भावना है कि संसार मेरी शोभा करे। भी साढ़े बड़े ने निशान साहब लवाया सी, पोतरे निशान साहब के पत्थर से नाम लिखिया पढ़न। इंज दी दुनिया है। वो तो बाणी नूं नहीं बख्शदी, गुटकियां दे भी आपदा नाम, गुरु घरां दे गेटां दे उपर ना पता लगता भी ये बैंक का गेट है, ना पता लगता भी ये गुरु घर का गेट। उत्ते लिखना टॉयलेट, थले लिख देना HDFC बैंक। इवें जापदा भी इत्थे ATM है, पता नहीं वो बैंक ही खुल गई। तो कथा कीर्तन गुरबाणी का बहाना ला के नाम अपना ही चलाई जाना, मैनू तो नहीं चंगा लगता। सीधी जी गल है। साढ़े गुरुआं ने बाणी तो इलावा कुछ भी नहीं गुरु घर दे विच रखिया। साहिबजादियां दे नाम, महाराज दे महलों के नाम, गुरु साहब के परिवार के मैंबरां दे नाम, खुद महाराज दे आप दे नाम भी तुसीं गुरबाणी विचों ढूंढ नहीं सकते, लभ नहीं सकते। जे श्री गुरु अर्जन देव जी ने इन्ना उच्चा ते सुच्चा श्री गुरु ग्रंथ साहब तैयार करके आप दा नाम नहीं लिखिया, जिहड़ा इनू लिखण वाला भाई गुरदास का नाम नहीं लिखिया, तुसीं दसो। जे तुहानूं इत्थे महाराज पुछ ले भी भलिओ मानसो, तुसीं 1000 रुपया दे के 2000 दे के कहंदे भी साडा नाम लिख दिओ बाणी दे उपर, किन्नी क चंगी गल है। किधर दी सिੱਖੀ है बई।
कोई है जवाब? बिल्कुल नहीं। आ पटियाले गुरुद्वारा दुख निवारण जाओ, मत्था मारे नूं टेकण जाईदा, जल सरोवर दा लैण जाईदा, ते बड़ा वड्डा सारा बोर्ड, पता नहीं स्कूल है कि हॉस्पिटल है, रब जाने। मैनूं तां इन्ना बुरा लगदा, ਉਹਦਾ ही दर्शन हुंदा है। आ चतर सिंह जीवन सिंह इन्हें बोर्ड ला दिता सी दरबार साहब वाल करके, ते प्रबंधकां ने इतराज करके संगतां ने इतराज करके प्रबंधकां नूं आख्या ते उन्हां लवाया। सतगुरु अर्जन देव महाराज नूं मिस्त्री ने आख्या, गुरसिखां ने बेनती की, सच्चे पातशाह जिहड़ा गुरुद्वारे की बिल्डिंग है तो गुमंड है, ये आपां बहुत ज़्यादा उच्चा करिए, सारियां तो उच्चा दिसे। महाराज ने लिखा, वड्डा तेरा दरबार, सच्चा तुध तखत। सतगुरु अर्जन देव कहते नहीं भाई, महाराज की सोच वेखो। पातशाह कहते गुरुद्वारा नीवा होना चाहिए। गज के आखो सतनाम श्री वाहिगुरू। हुण तुसीं देखदे हो 15-20 पौड़ियां हेठां नूं जाईदा, शहर उच्चा है तो पता नहीं उदों दा बराबर होगा, परिक्रमा भी नीवीआं। ते जदों महाराज ने बनाया, छोटी जी बिल्डिंग है, वेखो मसां ही 10-12 फुट होगी, ते छोटी जी उत्ते दूसरी मंजिल, निक्की जी जगह। ते जद गुम्मट बनाया, उस तरह का गुम्मट पूरी दुनिया किते भी तुसीं घूम के वेख लो, कोई मिस्त्री नहीं बना सकता। अजकल कोई इन्नी कलाकारी नहीं। जिस तरह का दरबार साहब का गुम्मट है, उस तरह का किते तुसीं वेखोगे नहीं। वो पता नहीं किस तरीके का बनया होया है। गुम्मट तो उच्चा हुंदा, समझ लो भी उच्चा करके ते ताजे ताजे उपरों हथ रख के उन्होंने ठां कर दिता, जिस तरह दबिया होया है बड़ा सोहना लगता। दबिया होया जापदा भी हेठां निमरता। मिठत नीवी नानका गुण चंगियाइयां तत। परिक्रमा के आले दुआले बड़िया बड़िया बिल्डिंगां तुसीं देखोगे, बड़े बड़े सोहने पेंट किए होंदे, लोगों दरबार साहब मूँह करके अपना विखाया, पर महाराज की बिल्डिंग बिल्कुल नीवी। तो इस वास्ते मैं बेनती कर रहा सी भी जिहड़ा दान पुण्य या कर्म धर्म करना है, केवल आपकी वडियाई खातर, आपकी शोभा खातर, इसका कोई मतलब, कोई इसका फल नहीं है। जे कोई माड़ा मोटा है, मेहनत ज़्यादा है, फल घट है, वो रस्ते में ही कहते यमदूत लुट लेंदे ने। इसलिए पातशाह जी ने बचन किया कि कल युग मह कीर्तन प्रधान, गुरमुख जपिया लाए ध्यान, आप तरे सगले कुल तारे, हर दरगह पास्यों जाएंदा। दरबार साहब के अंदर 4 छबीलों के पानी का पिलाया जाता, पर कोई दान समझ के नहीं। संगतां की लोड़ है, किसी को प्यास लगी है, उन्होंने पानी पियाना चंगी गल है, इंसानियत के नाते। कोई प्राहुणा आए, सब तो पहला जल छकाईदा, जे किसी को रोटी खवाई दी है। अज हुण आखिरी श्राद्ध, ये भावना के नाल नहीं भी साडे मरे हुए बजुर्गों को प्राप्त होवे जां असीं दान कर रहे हैं, ऐसी भावना नहीं। सो गुरु घर भेटा करन नूं साडा अन्नदाना सफल हुंदा है। साडा ये फर्ज बनता है कि महाराज ने सानू दिता है, या साडे बजुर्ग साडे लई किन्नी प्रॉपर्टी वेखो बना के गए, उन्हां दी याद दे विच आपां संगत की सेवा दे विच हाज़र कर रहे हैं, इहदा कोई हर्ज नहीं है। पर जे तुसीं कहो भी श्राद्ध बंदा खावे, पंडित खावे तो मिले साडे बजुर्गों नूं, ये गल तां झूठी है। तो इस वास्ते साडा फर्ज जो है वो आप पूरा कर सकते हैं। महाराज कहते कर्म धर्म पाखंड, जिन्ने भी कर्म ने ते धर्म ने, ये सब पखंड दिखावे दे ने। जिन्ने भी देखते सब मसूलीए टैक्स लैन वाले जोड़े यमदूत ने, वो रस्ते च लुट के खाली हथ अगे भेजते हैं। इन्हों का बहुता फल नहीं है। एक नौख राजा होया, एक जुजाती राजा होया, दोनों दियां साखियां श्री दसम ग्रंथ च कलगीधर महाराज ने लिखियां ते मैं पढ़ियां ने।
ਉਹਨਾਂ ਤੀਰ ਤੀਰ ਦੇ ਫਾਸਲੇ ਤੇ ਅਸਮੇਤ ਜੱਗ ਕੀਤਾ ਤੇ ਸਵਰਗ ਦੇ ਰਾਜਾ ਇੰਦਰ ਦੀ ਪਦਵੀ ਨੂੰ ਪ੍ਰਾਪਤ ਵੀ ਹੋ ਗਏ। ਪਰ ਮਨ ਦੇ ਵਿੱਚ ਹੰਕਾਰ ਹੋਣ ਦੇ ਨਾਲ ਉਹਨਾਂ ਨੂੰ ਦੁਬਾਰ ਤੋਂ ਇਸ ਧਰਤੀ ਤੇ ਸੁੱਟਿਆ ਗਿਆ। ਨੌਖ ਰਾਜੇ ਨੂੰ ਵੀ ਉਹਦੇ ਮਨ 'ਚ ਵਿਕਾਰਾਂ ਦੀ ਇੱਛਾ ਹੋਈ ਤੇ ਉਹਨੇ ਜੜ ਭਰਤ ਜਿਹੜਾ ਰਿਖੀ ਸੀ ਉਹਦੇ ਲੱਤ ਮਾਰੀ ਤੇ ਸਾਧ ਸੰਗਤ ਜੀ ਉਹ ਕਿਹਾ ਸਰਪ ਸਰਪ। ਉਹ ਕਹਿੰਦਾ ਤੇਰੀ ਆਖੀ ਮੈਂ ਕਿਉਂ ਸੱਪ ਬਣਾ, ਤੂੰ ਹੀ ਸੱਪ ਬਣ। ਉਸੇ ਵਕਤ ਹੀ ਉਹਦੇ ਪੁੰਨ ਖਤਮ ਹੋ ਗਏ। ਅਸਮੇਤ ਜੱਗਾਂ ਦਾ ਫਲ ਮਿੱਟੀ 'ਚ ਮਿਲ ਗਿਆ। 1 ਮਿੰਟ ਤੋਂ ਪਹਿਲਾਂ ਸੱਪ ਬਣ ਗਿਆ ਤੇ ਨੀਮ ਖਾਰ ਤੀਰ ਤੇ ਡਿੱਗ ਪਿਆ। ਜੇ ਜਾਤੀ ਰਾਜੇ ਨੂੰ ਵੀ ਹੰਕਾਰ ਹੋ ਗਿਆ। ਮੁੜ ਕੇ ਉਹਦੀ ਦੋਤਰਿਆਂ ਨੇ ਕਿਹਾ ਹੁਣ ਸਾਡੇ ਕੋਲ ਫਲ ਲੈ ਕੇ ਤੂੰ ਸਵਰਗ ਨੂੰ ਚੜ੍ਹ ਜਾ। ਕਹਿੰਦਾ ਨਹੀਂ, ਜੋ ਹੋ ਗਿਆ ਸੋ ਹੋ ਗਿਆ। ਇੰਨਾ ਵੱਡਾ ਫਲ ਵੀ ਵੇਖੋ ਖਤਮ ਹੋ ਜਾਂਦਾ। ਉਹਨਾਂ ਦਾ ਫਲ ਹੈ ਸਵਰਗ ਦੀ ਪ੍ਰਾਪਤੀ। ਜਦ ਸਵਰਗ ਦੇ ਵਿੱਚ ਬੰਦਾ ਜਾਂਦਾ ਉਹਨੂੰ ਦੇਵਤਾ ਬਣਾਇਆ ਜਾਂਦਾ। ਜਿੰਨੇ ਉਹਦੇ ਪੁੰਨ ਹੋਣ ਉਹਦੇ ਫਲ ਦੇ ਹਿਸਾਬ ਨਾਲ ਉਹਨੂੰ ਉਨੇ ਸਾਲ ਸਵਰਗਾਂ ਦੇ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਜਾਂਦੀ ਹੈ। ਜਾਂਦਿਆਂ ਸਾਰ ਉਹਦੇ ਗਲ ਵਿੱਚ ਇੱਕ ਮਾਲਾ ਪਾਈ ਜਾਂਦੀ ਹੈ। ਬੰਦਿਆਂ ਦੇ ਸਾਲਾਂ ਨਾਲੋਂ ਦੇਵਤਿਆਂ ਦੇ ਸਾਲ ਵੱਡੇ ਹੁੰਦੇ ਨੇ। ਜਦ ਇੱਕ ਸਵਰਗ ਦਾ ਸਾਲ ਬਤੀਤ ਹੁੰਦਾ, ਇੱਕ ਫੁੱਲ ਸੁੱਕ ਜਾਂਦਾ। ਉਹ ਫੁੱਲ ਸੁੱਕਦਿਆਂ ਵੱਲ ਵੇਖ ਕੇ ਹੀ ਬੰਦਾ ਘਬਰਾਈ ਜਾਂਦਾ ਵੀ ਜਦ ਸਾਰੇ ਫੁੱਲ ਸੁੱਕ ਗਏ ਮੁੜ ਕੇ ਮੈਨੂੰ ਇੱਥੋਂ ਧੱਕਾ ਦਿੱਤਾ ਜਾਏਗਾ। ਕਿਸੇ ਅਮੀਰ ਘਰਾਣੇ ਦੇ ਵਿੱਚ ਉੱਤੋਂ ਦੀ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਜਾਂਦਾ। ਫਿਰ ਜੰਮਣ ਮਰਨ ਦਾ ਚੱਕਰ। ਜੰਮਣ ਮਰਨ ਦਾ ਨਹੀਂ ਮਿਟਿਆ। ਯੋਗਾ ਅਭਿਆਸ ਦਾ ਫਲ ਹੈ ਸ਼ਿਵ ਲੋਕ ਦੀ ਪ੍ਰਾਪਤੀ। ਸ਼ਿਵ ਜੀ ਜੋਗੀਆਂ ਦਾ ਗੁਰੂ ਮੰਨਿਆ, ਜਾਂ ਸਮਝ ਲਓ ਬ੍ਰਹਮ ਲੋਕ ਦੀ ਪ੍ਰਾਪਤੀ। ਪੁੰਨਾਂ ਦਾ ਫਲ ਹੈ ਸਵਰਗ ਲੋਕ ਦੀ ਪ੍ਰਾਪਤੀ। ਪਰ ਜਿਹੜੀ ਗੁਰਬਾਣੀ ਪੜ੍ਹਨੀ ਹੈ, ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਕਥਾ ਕੀਰਤਨ ਵਿੱਚ ਚਿੱਤ ਜੋੜਨਾ ਹੈ, ਇਹਦਾ ਫਲ ਇਹ ਹੈ ਕਿ ਬਾਣੀ ਧੁਰ ਕੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਦ ਮਟਾਈ। ਇਹ ਸੱਚਖੰਡ ਵਿੱਚੋਂ ਆਈ ਹੈ। ਜਿਹੜੀ ਆਤਮਾ ਹੈ ਇਸ ਦੇ ਨਾਲ ਜੁੜਦੀ ਹੈ। ਗੁਰਬਾਣੀ ਦੇ ਖੰਭ ਇਸ ਨੂੰ ਉਡਾ ਕੇ ਸੱਚਖੰਡ ਦੇ ਵਿੱਚ ਧੁਰ ਦਰਗਾਹ ਵਿੱਚ ਲੈ ਜਾਂਦੇ ਨੇ। ਕਲਗੀਧਰ ਮਹਾਰਾਜ ਨੇ ਨਾਰਦ ਮੁਨੀ ਦੇ ਭੇਟਾ ਕੀਤੇ ਖੰਭਾਂ ਨੂੰ ਜਿਹੜੇ ਅਨਲ ਪੰਛੀ ਦੇ ਸਨ ਤੀਰਾਂ ਨਾਲ ਲਾ ਕੇ ਚਲਾਇਆ। ਉਹ ਤੀਰ ਛੂਕਦੇ ਹੋਏ ਉੱਪਰ ਨੂੰ ਚੜ੍ਹ ਕੇ ਵਾਪਸ ਨਹੀਂ ਆਏ। ਫਿਰ ਮਾਂ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਇਸੇ ਤਰ੍ਹਾਂ ਜਿਹੜੇ ਆਪਣੇ ਮਨ ਨੂੰ ਆਪਣੀ ਆਤਮਾ ਨੂੰ ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਦਾ ਪੰਛੀ ਜਾਣੋ। ਬਾਣੀ ਦੇ ਖੰਭ ਲਾਉਂਦਾ ਹੈ ਉਹ ਪੰਛੀ ਬਣ ਕੇ ਬਾਣੀ ਦੇ ਬਲ ਦੁਆਰਾ ਸੱਚਖੰਡ ਧੁਰ ਦਰਗਾਹ 'ਚ ਪਹੁੰਚ ਜਾਂਦਾ। ਉਹ ਤਾਂ ਮਰਿਆਂ ਤੋਂ ਬਾਅਦ ਕਿਹਨੇ ਵੇਖਿਆ, ਜਿਉਂਦਿਆਂ ਨੂੰ ਹੀ ਮਹਾਰਾਜ ਦੀ ਬਾਣੀ ਡਾਈ ਫਿਰਦੀ ਆ। ਕਦੀ ਕਿਸੇ ਦੇਸ਼ 'ਚ ਕਦੀ ਕਿਸੇ ਦੇਸ਼ ਵਿੱਚ। ਜਿੱਥੇ ਮਰਜ਼ੀ ਚਾਹੋ ਉੱਥੇ ਹੀ ਗੁਰਬਾਣੀ ਲੈ ਜਾਂਦੀ ਹੈ। ਜਿੱਥੇ ਕੋਈ ਵੀ ਨਾ ਵੱਡ ਵਡੇਰਾ ਵੀ ਨਾ ਪਹੁੰਚਿਆ ਹੋਵੇ ਦੁਨੀਆ ਦੀ ਸੈਰ ਵੀ ਕਰਾਉਂਦੀ ਹੈ। ਪਰ ਲੋਕ ਦਾ ਵੀ ਭਲਾ ਹੈ। ਇਸ ਲਈ ਕਰਮ ਧਰਮ ਕਰਨ ਦੀ ਮਨਾਹੀ ਤਾਂ ਨਹੀਂ ਹੈ, ਪਰ ਫਲ ਦੀ ਇੱਛਾ ਲੈ ਕੇ ਨਹੀਂ। ਆਪਣਾ ਫਰਜ਼ ਜਾਣਗੇ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੇਰਾ ਤੂੰ ਹੀ ਚਬਰ ਟੋਲਾਰੇ। ਇੱਕ ਫਰਜ਼ ਜਾਣਗੇ ਤੇ ਮਹਾਰਾਜ ਦਾ ਦਿੱਤਾ ਜਾਣਗੇ। ਜੇ ਲੋੜ ਤੋਂ ਵੱਧ ਹੈ ਤਾਂ ਕਿਸੇ ਲੋੜਵੰਦ ਨੂੰ, ਕਿਸੇ ਗਰੀਬ ਗੁਰਬੇ ਨੂੰ ਦੇ ਕੇ ਉਹਦੀ ਲੋੜ ਪੂਰੀ ਕਰਨੀ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਮਹਾਰਾਜ ਦੇ ਚਰਨਾਂ 'ਚ ਤਿਲ ਫੁੱਲ ਲਾ ਕੇ ਉਹਦਾ ਧੰਨਵਾਦ ਕਰਨਾ, ਸ਼ੁਕਰ ਗੁਜ਼ਾਰ ਹੋਣਾ। ਕਈ ਨਿੰਦਿਆ ਕਰਦੇ ਨੇ, ਆਪਦੇ ਘਰ ਬਾਰੇ ਆਪਦੇ ਬੱਚਿਆਂ ਬਾਰੇ ਨਹੀਂ ਸੋਚਦੇ ਕਿ ਉਹ ਪੈਲੀਆਂ ਦੀ ਜਾਂ ਹੋਰਨਾਂ ਦੀ ਕਮਾਈ ਫੀਮਾਂ ਦੇ ਵਿੱਚ ਚੱਟੇ। ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚੱਲ ਰਹੇ। 3-3 4-4 5-5 ਹਜ਼ਾਰ ਦਾ ਨਿਆਣਿਆਂ ਦਾ ਇੱਕ ਦਿਨ ਦਾ ਖਰਚਾ ਨਸ਼ਿਆਂ ਦੇ ਵਿੱਚ ਰੋੜ ਰਹੇ ਨੇ। ਪਰ ਉਹ ਗੁਰੂ ਘਰ 'ਤੇ ਤਰਕ ਕਰਨਗੇ ਕਿ ਇੱਥੇ ਪੈਸਾ ਸਹੀ ਜਗ੍ਹਾ ਨਹੀਂ ਲੱਗ ਰਿਹਾ, ਇਹ ਪੈਸੇ ਨੂੰ ਬਰਬਾਦ ਕਰ ਰਹੇ ਨੇ। ਨਾ ਪੈਸਾ ਚੜਾਓ ਜੀ। ਇੱਕ ਸਿਰ ਫਿਰੇ ਕੀਰਤਨੀਏ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ 1 ਰੁਪਈਆ ਚੜਾਓ ਬਸ। ਉਹ ਬੰਦਾ ਪੁੱਛੇ ਭਲਿਆ ਮਾਨਸਾ, ਗੋਲਕ ਤੋਂ ਹੀ ਤਾਂ ਲੰਗਰ ਚੱਲਦਾ, ਕੌਣ ਚਲਾਉਂਦਾ ਦੱਸ? ਸਾਡੇ ਘਰ ਤੋਂ ਥੋੜ੍ਹਾ ਚੱਲਦਾ। ਸੰਗਤਾਂ ਦਾ ਤਿਲ ਫੁੱਲ ਹੀ ਹੈ। ਆਪਾਂ ਕੀ ਦਿੰਦੇ ਆ? 10 ਰੁਪਈਏ ਮੱਥਾ ਟੇਕ ਕੇ ਰਾਜੀ ਨਹੀਂ। ਕਦੀ ਕਣਕ ਦੀ ਬੋਰੀ ਚੜਾਈ ਹੈ?
कदी दुध की घुट लैके आए हैं? बिल्कुल नहीं। तो जो संगत तिल फुल कोई लोड़वंद किसी की अरदास पूरी हुई, आप तो आप देना नहीं, ना असी देन जोगे हाँ। तो निंदिया जरूर करनी, आपदे सिर पहाड़ चढ़ाना, लोगों को जरूर रोकना। जिहदी संगत की शरधा है, जिन्हों महाराज ने दिता वह मन खुश होया, तो तां भेटा कर रहा, आप की दे सकते हैं गुरु घर को। महाराज की गोलक तो ही तो वेखो लखां का 5-5 लाख का तो बिल ही होगा, किन्ने पखे चल रहे हैं, किन्नी बिजली चल रही है, कमाई दसो की है, किन्ना बिल्डिंगों का खर्चा, लेबर का खर्चा, लंगर का खर्चा। तो इस वास्ते कदी नहीं सोचना कि इत्थे गलत वरतों होंदी है, पैसा सही जगह नहीं लगता, बच्चों को पढ़ाना चाहिए, गरीबों के ब्याह जिस तरह हो रहा, सब कुछ महाराज के हुक्म च हो रहा, जिस तरह महाराज चाहता उस तरह ही सब वरतों हो रही है। जे होर हुक्म मनते हैं तो यह भी भाना समझ के, जे आप देन जोगे नहीं तो तर्क भी ना करिए। तो वैसे साढ़े दिते नाल कोई पूरी नहीं पैनी, ये तो अपना फर्ज है, महाराज के चरणों च रखांगे। गुरु साहब सानू जानता है, अरदास पूरी करेगा, तो इसलिए फर्ज है। बाकी महाराज कहते हैं करम धर्म पाखंड जुदी साह, जो नित नमित आदि कर्म ने, यज्ञ आदि धर्म ते पखंड विखावे दे कर्म दिसदे ने, तन जम जागाते लूटा, तिन्हां नूं मसूल लैण वाला यम रस्ते विच ही लुट लैंदा है। भाव जद पर लोग दे रस्ते च बहुत दुख आउंदे ने, तां उन्हां बचन लई यमदूत कीते हुए पुन्नां दा फल लै लैंदे ने। निर्वाण कीर्तन गावहु करते का, इस करके करती रचनहार परमेश्वर दा निरोल एक रस कीर्तन जस गाउणा करो, जां बंधना तो रहत जिहड़ा है, या निर्वाण आदतों तो रहत। जिवें किसी नूं अख झमकण की आदत हुंदी है, किसी नूं गोडा हिलाउण की आदत हुंदी है, इहों इहो जिहा परमात्मा जिन्हों कोई ऐसी आदत नहीं, आदतों तो रहत, बंधना तो रहत, जो परमेश्वर है ਉਹਦਾ कीर्तन गाउणा करो। नेमख सिमरत जित छूटा, जिस दे सिमरन करन नाल उस दुखदायक रस्ते विच एक अख खोलण दे मीटण दे समय अंदर ही आत्मा छुट जाती है। साध संग कल कीर्तन गाया, नानक ते बहुर न आया। भाई पुराणा जी सतगुरु अर्जन देव जी के गुरसिख साध संगत जी, उन्हों का ये निजम सीगा। महाराज तो ज्योति जोत समा गए, 6वें पातशाह के वेले की साखी है। अमृत वेले कथा कीर्तन सुन के जल पानी छक के जंगल च जाके बैठ जाते, सारी दिहाड़ी भजन बंदगी में चित जोड़ के, तो शाम नूं जड़ियाँ लकड़ां थले डिगियां होंदियां जंगल दे विच, उन्हां नूं चुक के ते गुरु के लंगर विच लिया के पंड भेटा कर देंदे बालन दे। एक दिन बैठे तो दुखी शाहूकार हाय हाय करदा उन्हां दे कोल आके डिग पिया। उन्होंने बुखार चढ़िया होया सी ते समान उहदे कोल ज़्यादा सी, तुरिया जांदा नहीं सी। भाई पुराणा जी कहन लगे, भाई तेनों की दुख है? कहंदा जी मैनूं ताप चढ़िया होया, घरदियां दा सुनेहा आ गया, मैं व्यापार करन दूर गया होया सी, मैथों तुरिया नहीं जाता, मैं घर जल्दी पहुँचना है, ते उपरों समान ज़्यादा है, जे मैनूं कोई घर छड्ड आए तो वह भला होवेगा। जे आप जी कृपा करो तो मेरा समान चुक के मैनूं घर छड्ड आओ, मेरे को पैसे की कोई घाट नहीं, मैं मूँह मंगिया तुहानूं मजदूरी देंगा। भाई साहब कहन लगे, आपां गुरु दे सिख हां, पैसे नहीं लेंदे, ना पैसे की लोड़ है, लंगर दे विचों प्रशादा छक लईदा ते भजन बंदगी करके टाइम गुजारीदा। हाँ तेनों छड्ड जरूर आउंदे आ, पर पैसा नहीं लांगे। जे तेरा समान चुक लीए फिर तू अपने आप तुरिया जाएगा? कहंदा जी हाँ, कल्ला मैं तुरिया जाऊँ हौली हौली साह लै लै के।
ਕਹਿੰਦੇ ਫਿਰ ਸਾਡੀ ਇੱਕ ਸ਼ਰਤ ਹੈ ਕਿ ਬੋਲਣਾ ਨਹੀਂ, ਜਾਂ ਤਾਂ ਤੂੰ ਪਾਠ ਸੁਣਾਈ ਜਾਂ ਮੇਰੇ ਤੋਂ ਸੁਣੀ। ਕਹਿੰਦਾ ਜੀ ਮੈਨੂੰ ਤਾਂ ਕੁਛ ਆਉਂਦਾ ਨਹੀਂ। ਭਾਈ ਪੁਰਾਣਾ ਜੀ ਕਹਿਣ ਲੱਗੇ ਫਿਰ ਤੂੰ ਬੋਲਣਾ ਨਹੀਂ ਹੈ, ਮੈਂ ਸੁਣਾਵਾਂਗਾ, ਤੂੰ ਸੁਣੀ ਜਾਈ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਉਹਦੇ ਘਰ ਤੱਕ ਪਾਠ ਸੰਪੂਰਨ ਕਰਕੇ ਫਤਿਹ ਬੁਲਾ ਕੇ ਸਮਾਨ ਰੱਖ ਕੇ ਅਤੇ ਬਿਨਾਂ ਹੀ ਕੁਝ ਖਾਣ ਪੀਣ ਤੋਂ ਵਾਪਸ ਆ ਗਏ। ਉਹਨੇ ਬੜਾ ਜ਼ੋਰ ਲਾਇਆ, ਕੋਈ ਸੇਵਾ ਦੱਸੋ ਜੀ, ਪੈਸਾ ਧੇਲਾ, ਕੋਈ ਲੀੜਾ ਕੱਪੜਾ, ਗੁਰਦੁਆਰੇ ਭੇਟਾ ਕਰ ਦਿਓ। ਕਹਿੰਦੇ ਨਹੀਂ, ਇਹ ਤਾਂ ਫਿਰ ਅਫਜ਼ਾਨਾ ਹੋ ਗਿਆ, ਤੂੰ ਆਪ ਆਈ ਮੱਥਾ ਟੇਕਣ, ਆਪ ਆਪਦੇ ਹੱਥੀਂ ਭੇਟਾ ਕਰੇ। ਨਹੀਂ ਕੁਛ ਲਿਆ। ਕਹਿੰਦੇ ਕੋਈ ਸੇਵਾ ਕੀ ਹੋਈ ਜੀ? ਭਾਈ ਸਾਹਿਬ ਨੇ ਸੋਚਿਆ ਕਿ ਇਹਦਾ ਭਲਾ ਕਰ ਜਾਈਏ, ਜਾਂਦੀ ਬਾਕੀ ਬ੍ਰਹਮ ਗਿਆਨੀ ਸਨ। ਕਹਿੰਦੇ ਆਪਦੇ ਪਰਿਵਾਰ ਤੋਂ ਵੱਖਰਾ ਹੋ ਕੇ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਈ। ਤੈਨੂੰ ਜਿਹੜਾ ਤਾਪ ਚੜ੍ਹਿਆ ਹੋਇਆ ਹੈ ਇਹ ਤਰ੍ਹਾਂ ਠੀਕ ਨਹੀਂ ਹੋਏਗਾ। ਅੱਜ ਤੋਂ 7ਵੇਂ ਦਿਨ ਤੂੰ ਚੜ੍ਹਾਈ ਕਰ ਜਾਏਗਾ, ਉਮਰ ਤੇਰੀ ਇੰਨੀ ਕੀ ਬਾਕੀ ਰਹਿ ਗਈ ਹੈ। ਤੂੰ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਜਮਾਂ ਦੇ ਵੱਸ ਪਏਗਾ। ਯਮਦੂਤ ਤੈਨੂੰ ਧਰਮਰਾਜੇ ਕੋਲ ਪੇਸ਼ ਕਰਕੇ ਨਰਕਾਂ 'ਚ ਸੁੱਟਣਗੇ। ਅਤੇ ਹਾਂ, ਜਿਹੜਾ ਆ ਇੱਕ ਪਾਠ ਤੂੰ ਸੁਣਿਆ ਮੇਰੇ ਕੋਲੋਂ, ਇਹਦੇ ਫਲ ਬਾਰੇ ਉੱਥੇ ਵਿਚਾਰਿਆ ਜਾਵੇਗਾ। ਜੇ ਧਰਮਰਾਜਾ ਤੈਨੂੰ ਪੁੱਛੇ ਕਿ ਤੂੰ ਬਾਣੀ ਦਾ ਪਾਠ ਸੁਣਿਆ ਹੈ, ਇਹਦਾ ਫਲ ਤੂੰ ਪਹਿਲਾਂ ਲੈਣਾ ਕਿ ਪਿੱਛੋਂ ਲੈਣਾ ਹੈ, ਤੈਨੂੰ ਘੜੀ ਘੰਟਾ ਸੰਗਤ ਦੇ ਦਰਸ਼ਨ ਕਰਵਾਏ ਜਾਣਗੇ ਇਸ ਦੇ ਫਲ ਬਦਲੇ। ਅਤੇ ਉੱਥੇ ਕਿਸੇ ਨੂੰ ਯਾਦ ਤਾਂ ਕੋਈ ਗੱਲ ਰਹਿੰਦੀ ਨਹੀਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਤੈਨੂੰ ਇਹ ਸਾਡਾ ਬਚਨ ਯਾਦ ਰਹੇਗਾ। ਤੂੰ ਬਸ ਇੰਨਾ ਹੀ ਕਹਿਣਾ ਹੈ ਜੀ, ਬਾਅਦ ਵਿੱਚ ਕਿਹਨੇ ਵੇਖਿਆ ਅਤੇ ਮੈਨੂੰ ਇਹਦਾ ਫਲ ਪਹਿਲਾਂ ਦੇ ਦਿਓ। ਅੱਜ ਤੋਂ ਚੌਥੇ ਦਿਨ ਮੈਂ ਵੀ ਚੜ੍ਹਾਈ ਕਰ ਜਾਣਾ ਹੈ, ਮੈਂ ਉੱਥੇ ਬੈਠਾ ਹੋਊਂਗਾ ਸੰਗਤ ਦੇ ਵਿੱਚ, ਮੈਨੂੰ ਪਹਿਚਾਣ ਲਈ ਅਤੇ ਮੇਰੇ ਪਾਸ ਆ ਕੇ ਬੈਠ ਜਾਈ। ਫਿਰ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਇਸ ਤਰ੍ਹਾਂ ਸਮਝਾ ਕੇ ਉਹ ਵਾਪਸ ਆ ਗਏ। ਚੌਥੇ ਦਿਨ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ, ਚਾਦਰਾਂ ਲੈ ਕੇ ਅਤੇ ਅਰਦਾਸਾ ਸੋਧ ਕੇ ਲੰਮੇ ਪੈ ਗਏ। ਭਾਈ ਪੁਰਾਣਾ ਜੀ ਸਰੀਰ ਤਿਆਗ ਗਏ। ਅਤੇ ਉਹ ਸ਼ਾਹੂਕਾਰ ਦੀ ਆਤਮਾ ਵੀ ਇੰਝ ਹੀ ਹੋਇਆ। ਧਰਮਰਾਜਾ ਕਹਿਣ ਲੱਗਾ ਯਮਦੂਤਾਂ ਨੂੰ ਵੀ ਜਾਓ ਸੱਚਖੰਡ ਲੈ ਜਾਓ। ਉਹ ਦੂਰੋਂ ਹੀ ਕਹਿਣ ਲੱਗੇ ਵੀ ਉਹ ਗੁਰਦੁਆਰੇ ਦਾ ਦਰਵਾਜ਼ਾ ਹੈ ਹਰਿਮੰਦਰ ਸਾਹਿਬ ਦਾ, ਦਰਸ਼ਨੀ ਡੋੜੀ, ਉਧਰ ਦੀ ਤੂੰ ਲੰਘ ਗਏ ਅਤੇ ਮੱਥਾ ਟੇਕ ਕੇ ਇੰਨਾ ਟਾਈਮ ਪੂਰਾ ਕਰਕੇ ਅਤੇ ਪੂਰੇ ਟਾਈਮ ਸਿਰ ਬਾਹਰ ਆ ਜਾਣਾ। ਸਾਨੂੰ ਅੰਦਰੋਂ ਖਿੱਚ ਕੇ ਨਾ ਲਿਆਉਣਾ ਪਏ, ਨਹੀਂ ਤਾਂ ਬੁਰੀ ਤਰ੍ਹਾਂ ਤੈਨੂੰ ਪੁੱਠਾ ਸੁੱਟ ਕੇ ਮਾਰਾਂਗੇ। ਇੰਨਾ ਡਰਾ ਧਮਕਾ ਕੇ ਵਿਚਾਰਾ ਕੰਮ ਦਾ ਉਹਨੂੰ ਭੇਜਿਆ। ਨਾਲੇ ਪਿੱਛਾ ਭੌਂਕੇ ਵੇਖੀ ਜਾਏ, ਨਾਲੇ ਅੱਗੇ ਨੂੰ ਜਾਏ। ਬਹੁਤ ਹੀ ਘਬਰਾਇਆ ਹੋਇਆ। ਜਾ ਕੇ ਮੱਥਾ ਟੇਕਿਆ, ਕੀਰਤਨ ਹੋ ਰਿਹਾ ਸੀ ਅਤੇ ਮੱਥਾ ਟੇਕ ਕੇ ਬੈਠ ਗਿਆ। ਭਾਈ ਸਾਹਿਬ ਨੇ ਆਵਾਜ਼ ਮਾਰੀ ਵੀ ਆ ਜਾ, ਲਾਗੇ ਬਿਠਾ ਲਿਆ। ਟਾਈਮ ਵੱਲ, ਘੜੀ ਵੱਲ ਵੇਖੀ ਜਾਏ। ਕਹਿੰਦੀ ਘੜੀ ਵੱਲ ਕਿਉਂ ਵੇਖਦਾ ਭਾਈ ਬਾਰ-ਬਾਰ? ਕਹਿੰਦੀ ਮੇਰਾ ਟਾਈਮ ਹੋ ਰਿਹਾ, 2 ਮਿੰਟ ਹੀ ਰਹਿ ਗਏ ਅਤੇ ਮੈਂ ਜਾਣਾ ਹੈ। ਕਹਿੰਦੇ ਕਿੱਥੇ ਜਾਣਾ? ਕਹਿੰਦੇ 4 ਵੱਡੇ ਹੱਟੇ ਕੱਟੇ ਸਰੀਰਾਂ ਵਾਲੇ, ਦੈਂਤਾਂ ਦੇ ਰੂਪ ਵਾਲੇ, ਬਹੁਤ ਹੀ ਭਿਆਨਕ ਯਮ ਬਾਹਰ ਖੜ੍ਹੇ ਨੇ। ਉਹਨਾਂ ਮੈਨੂੰ ਇਹ ਧਮਕੀ ਦਿੱਤੀ ਹੈ ਵੀ ਤੈਨੂੰ ਅੰਦਰੋਂ ਧੋ ਕੇ ਬੁਰੀ ਤਰ੍ਹਾਂ ਮਾਰਾਂਗੇ, ਅਤੇ ਮਹਾਰਾਜ ਕਿਤੇ ਅੰਦਰ ਹੀ ਨਾ ਜਾਣ। ਕਹਿੰਦੇ ਨਹੀਂ ਭਾਈ, ਉਹਨਾਂ ਦੀ ਤਾਕਤ ਨਹੀਂ, ਉਹ ਇੱਕ ਵੀ ਕਦਮ ਜਿੱਥੇ ਖੜ੍ਹੇ ਨੇ ਉੱਥੋਂ ਅੱਗੇ ਨਹੀਂ ਆ ਸਕਦੇ। ਅਤੇ ਇਉਂ ਕਰ ਪੱਖਾ ਫੜ ਅਤੇ ਪੱਖਾ ਚੱਲ, ਸੰਗਤ ਨੂੰ ਜਿੱਥੇ ਆਉਣਾ ਸੀ ਆ ਗਿਆ। ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੀ ਉਹਦੀ ਮੁਕਤੀ ਕਰ ਦਿੱਤੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਇਹ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਖੀ ਲਿਖੀ ਹੋਈ ਹੈ। ਤੋ ਇੰਝ ब्रह्म ज्ञानी की दृष्ट अमृत बरसी, प्रभ जी बसै साध की रसना। नानक ब्रह्म ज्ञानी आप परमेश्वर। वेखो महाराज तू बगैर ही गुरुद्वारे मत्था भी नहीं टिकाया, अमृता ने की छकना सी, कोई पाठ पूजा भी नहीं, कोई सेवा भी नहीं कराई, बारे बारी
ਇੰਨੀ ਬ੍ਰਹਮ ਗਿਆਨੀ ਦੀ ਤਾਕਤ ਹੈ। ਲੋਕ ਸੰਤਾਂ ਦੀ ਨਿੰਦਿਆ ਕਰਦੇ ਨੇ, ਗੁਰੂ ਸਾਹਿਬ ਦੀ ਬਖਸ਼ੀ ਤਾਕਤ ਨਾਲ ਜਿਹਦਾ ਚਾਹੁਣ ਭਲਾ ਕਰ ਸਕਦੇ ਨੇ। ਇਸ ਲਈ ਮਹਾਰਾਜ ਕਹਿੰਦੇ ਕੀਰਤਨ ਗਾਓ ਭਾਈ, ਬਾਣੀ ਪੜ੍ਹਿਆ ਕਰੋ। ਸੁਖਮਨੀ ਸਾਹਿਬ ਦੇ ਪਾਠ ਨਾਲ 24,000 ਸਵਾਸ ਸਫਲੇ ਹੁੰਦੇ ਨੇ। ਇੱਕ ਨਿਮਖ ਮਾਤਰ ਦੇ ਵਿੱਚ ਵੀ ਇੱਕ ਚਿੱਤ ਜੇ ਖਿਸ਼ਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਨਿਮਖ ਮਾਤਰ ਵੀ ਜੇ ਕੋਈ ਮਹਾਰਾਜ ਦਾ ਨਾਮ ਤੇ ਆਊਗਾ, ਉਹ ਕਾਲ ਦੀ ਫਾਹੀ ਵਿੱਚ ਨਹੀਂ ਆਏਗਾ, ਛੁੱਟ ਜਾਵੇਗਾ। ਸੰਤਾ ਹੋ ਇਹ ਸੰਤ ਜਨੋ, ਇਹ ਪਿਆਰੀ ਗੁਰਸਿੱਖੋ, ਸਾਗਰ ਪਾਰ ਉਤਰੀਐ। ਅੱਗੇ ਸਮੁੰਦਰ ਲੰਘਣਾ ਪੈਣਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਗ। ਕਿਹੜੇ ਪਿਓ ਨੂੰ ਯਾਦ ਕਰੋਗੇ ਜੇ ਮਹਾਰਾਜ ਦਾ ਨਾਮ ਨਹੀਂ ਜਪਿਆ? ਕੋਈ ਉੱਥੇ ਜਹਾਜ਼ ਨਹੀਂ, ਕੋਈ ਫੈਰੀ ਨਹੀਂ, ਬੇੜੀ ਨੇ ਤਾਂ ਭਲਾ ਕੀ ਕੰਮ ਹੋਣਾ। ਇਹ ਗੋਤੇ ਖਾਹੇ ਨਾ ਨਿਕਲੇ। ਆਤਮਾ ਡੁੱਬਦੀ ਨਹੀਂ, ਪਰ ਗੋਤੇ ਖਾ ਕੇ ਦੁਖੀ ਜ਼ਰੂਰ ਹੁੰਦੀ ਹੈ। ਇਹ ਗੁਰਸਿੱਖੋ, ਤੁਸੀਂ ਗੁਰਦੁਆਰੇ ਆਏ ਹੋ ਤੇ ਟਿਕਟ ਲਾਓ, ਪੈਸੇ ਕੱਢੋ ਇੱਧਰ, ਟਿਕਟ ਹੁਣੇ ਬੁੱਕ ਕਰਾਓ ਸੀਟ। ਪੈਸੇ ਕਿਹੜੇ ਨੇ? ਸਵਾਸਾਂ ਦੀ ਪੂੰਜੀ। ਸਵਾਸ ਲੈ ਕੇ ਮਹਾਰਾਜ ਜਹਾਜ਼ ਦੀ ਟਿਕਟ ਦਿੰਦੇ ਨੇ। ਸੰਸਾਰ ਸਮੁੰਦਰ ਤੋਂ ਉਤਾਰਨ ਲਈ ਵਾਹਿਗੁਰੂ ਨਾਮ ਜਹਾਜ਼ ਹੈ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹੈ। ਸਿਮਰਨ ਕਰਨ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਈਦਾ। ਪਤਾ ਹੀ ਨਹੀਂ ਲੱਗਦਾ ਵੀ ਸਮੁੰਦਰ ਕਦੋਂ ਆ ਗਿਆ, ਕਦੋਂ ਲੰਘ ਗਿਆ। ਸਾਗਰ ਤਰਿਓ ਬਾਸ਼ਰ ਖੋਜ, ਬੱਚੇ ਦੀ ਪੈੜ ਦੀ ਤਰ੍ਹਾਂ ਮਹਾਰਾਜ ਬਾਂਹ ਤੋਂ ਫੜ ਕੇ ਜਿਸ ਤਰ੍ਹਾਂ ਨਿਆਣਾ ਟਪਾਈ ਦਾ, ਇਸ ਤਰ੍ਹਾਂ ਟਪਾ ਕੇ ਲੈ ਜਾਂਦੇ ਨੇ। ਜੇ ਕੋ ਬਚਨ ਕਮਾਵੇ ਸੰਤਨ ਕਾ। ਇਹਨੂੰ ਫਜ਼ੂਲ ਦੀਆਂ ਬਾਤਾਂ ਜਾਂ ਹਵਾ ਦੇ ਵਿੱਚ ਨਾ ਸਮਝਿਓ। ਇਹ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਕਮਾਏ ਹੋਏ ਬਚਨ ਨੇ। ਜੇ ਕੋਈ ਸੰਤਾਂ ਜਨਾਂ ਦਾ ਬਾਣੀ ਦਾ ਕਮਾਉਣਾ ਕਰੇਗਾ ਉਪਦੇਸ਼ ਬਚਨ, ਸੋ ਗੁਰ ਪ੍ਰਸਾਦੀ ਤਰੀਐ। ਉਹ ਗੁਰਾਂ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਇਸ ਲਈ ਸੰਗਤ ਦਾ ਭਾਵੇਂ ਛੋਟਾ ਜਿਹਾ ਨਿਆਣਾ ਵੀ ਕੋਈ ਕਹੇ, ਉਹਦੀ ਵੀ ਗੱਲ ਨਹੀਂ ਮੋੜਨੀ ਚਾਹੀਦੀ। ਜਿੰਨੇ ਵੀ ਗੁਰੂ ਮਹਾਰਾਜ ਦੀ ਸੰਗਤ ਦੇ ਮਹਾਂਪੁਰਖ ਸੇਵਾਦਾਰ ਨੇ, ਤੋ ਸਭ ਸਤਿਕਾਰਯੋਗ ਨੇ। ਗੁਰੂ ਦਾ ਹੁਕਮ ਜਾਣ ਕੇ 7 ਵਚਨ ਜ਼ਰੂਰ ਰੱਖੋ। ਕੰਮ ਭਾਵੇਂ ਨਾ ਹੀ ਕਰੋ, ਮਾਫ ਕਰਨਾ। ਇੱਕ ਵਾਰੀ 7 ਵਚਨ ਕਹਿ ਦਿਓ, ਮੁੜ ਕੇ ਫਿਰ ਮਾਫੀ ਵੀ ਮੰਗ ਲਓ ਜੇ ਨਹੀਂ ਵੀ ਹੁੰਦਾ ਤੇ, ਪਰ ਨਾ ਕਰੋ। ਇਸ ਵਾਸਤੇ ਮਹਾਂਪੁਰਖਾਂ ਨੂੰ ਮੱਥਾ ਹੀ ਟੇਕੋ ਤੇ 7 ਵਚਨ ਆਖੋ। ਜੇ ਕੋਈ ਵਚਨ ਕਮਾਏਗਾ ਉਹ ਤਰ ਜਾਏਗਾ ਗੁਰੂ ਦੀ ਕਿਰਪਾ ਨਾਲ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕੋਟ ਤੀਰਥ ਮੱਜਨ ਇਸ਼ਨਾਨਾ। ਬਿਨਾ ਨਾਮ ਜਪਣ ਤੋਂ, ਬਿਨਾ ਬਾਣੀ ਪੜ੍ਹਨ ਤੋਂ ਭਾਵੇਂ ਗੰਗਾ ਤੇ ਹੀ ਘਰ ਬਣਾ ਲਓ। ਕਬੀਰ ਜੀ ਕਹਿੰਦੇ ਇਹਦੇ ਨਾਲ ਕੀ ਹੋ ਜਾਊਗਾ? ਕਬੀਰ ਗੰਗਾ ਤੀਰ ਜੋ ਘਰ ਕਰੇ। ਪਹਾੜੀਏ ਵੀ ਤਾਂ ਰਹਿੰਦੇ ਨੇ ਹੇਮਕੁੰਟ ਸਾਹਿਬ ਵਾਲੇ ਪਾਸੇ, ਗੰਗਾ ਤੇ ਬਥੇਰੀ ਦੁਨੀਆ ਰਹਿੰਦੀ ਹੈ। ਨਿਲਾ ਤੀਰ ਤੇ ਨਹਾਉਣ ਨਾਲ ਤਾਂ ਨਹੀਂ ਬੰਦਾ ਮੁਕਤ ਹੁੰਦਾ, ਜੇ ਚੋਰੀ ਨਹੀਂ ਛੱਡੀ, ਯਾਰੀ ਨਹੀਂ ਛੱਡੀ। ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਹੋ ਕਹਿ ਰਮੇ ਕਬੀਰ। ਭਾਵੇਂ ਗੁਰਦੁਆਰੇ ਹੀ ਰਹਿਣਾ ਸ਼ੁਰੂ ਕਰ ਦੇ, ਇੱਥੇ ਹੀ ਆਪਦਾ ਘਰ ਬਣਾ ਲੈ। ਜੇ ਕਥਾ ਹੀ ਨਹੀਂ ਸੁਣੀ, ਕੀਰਤਨ ਹੀ ਨਹੀਂ ਸੁਣਿਆ, ਕੋਈ ਭਾਂਡੇ ਨਹੀਂ ਮਾਂਜੇ, ਸੇਵਾ ਨਹੀਂ ਕੀਤੀ, ਕੋਈ ਸਿਮਰਨ ਨਹੀਂ ਕੀਤਾ, ਕੋਈ ਨਿਤਨੇਮ, ਕਿਹੜੀ ਕਿਹੜੀ ਦੂਰ ਤੋਂ ਲੋਕ ਆ ਕੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਆਪਦਾ ਕੰਮ ਸਫਲ ਕਰਕੇ ਤੁਰ ਜਾਂਦੇ। ਤੇ ਜਿਹਦਾ ਘਰ ਬਣਾ ਕੇ ਭਾਵੇਂ ਲਾਗੇ ਗੁਆਂਢ 'ਚ ਹੀ ਰਹਿ ਰਿਹਾ, ਜੇ ਮੱਥਾ ਹੀ ਨਹੀਂ ਟੇਕੂ, ਦੱਸੋ ਮਹਾਰਾਜ ਘਰ ਤਾਂ ਜਾ ਕੇ ਤਾਰਨ ਨੂੰ ਰਿਹਾ। ਇਸ ਲਈ ਕਰੋੜਾਂ ਤੀਰਥਾਂ ਦੇ ਪੁਰਬਾ ਸਮੇਂ ਇਸ਼ਨਾਨ ਕਰਨ ਤੋਂ, ਕੁੰਭ ਦੇ ਸਮੇਂ ਇਸ਼ਨਾਨ ਆਦਿ ਕਰਨ ਨਾਲ ਵੀ ਇਸ ਕਲ ਮਹਿਮਲ ਪਰਿਜੈ। ਇਸ ਕਲਯੁਗ ਦੇ ਸਮੇਂ 'ਚ ਹਿਰਦੇ ਦੇ ਵਿੱਚ ਪਾਪਾਂ ਦੀ, ਹਉਮੈ ਦੀ, ਦੇ ਅਭਿਮਾਨ ਦੀ ਇਹ ਮੈਲ ਭਰੀ ਜਾਂਦੀ ਹੈ। ਹੰਕਾਰ ਨਹੀਂ ਨਿਵਰਤ ਹੁੰਦਾ। ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਲੋਕੀ ਕਹਿੰਦੇ ਨੇ ਤੂੰਬੀ ਨੂੰ, ਤੂੰਬੀ ਦੀ ਕੜੱਤਣ ਤੀਰਥ ਨਹਾਉਣ ਤੋਂ ਨਹੀਂ ਜਾਂਦੀ ਹੈ। ਅੰਤਰ ਮੈਲ
ਅੰਦਰ ਤਾਂ ਮੈਲ ਭਰੀ ਹੋਈ ਗੁੜਗੁੜੇ। ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ, ਉਹਨੇ ਬੈਕੁੰਠ ਤਾਂ ਨਹੀਂ ਚਲੇ ਜਾਣਾ। ਇਸ ਵਾਸਤੇ ਸਾਧ ਸੰਗ ਜੋ ਹਰ ਗੁਣ ਗਾਵੈ, ਜੋ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ 'ਚ ਮਿਲ ਕੇ ਹਰੀ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ, ਸੋ ਨਿਰਮਲ ਕਰ ਲੀਜੈ। ਉਹ ਆਪਣੇ ਹਿਰਦੇ ਨੂੰ ਨਿਰਮਲ ਉਜਲ ਕਰ ਲੈਂਦਾ ਹੈ। ਮਹਾਂਪੁਰਖਾਂ ਦੀ ਇਹ ਮਰਜ਼ਾਦਾ ਰਹੀ ਹੈ ਸੰਗਤ ਦੀ, ਕਿ ਜਦੋਂ ਵੀ ਕਥਾ ਹੋਣੀ, ਸਮਾਗਮ ਚੱਲਦਾ ਹੋਣਾ, ਚਿੜੀ ਨਾ ਫਟਕਣੀ, ਕੋਈ ਕਮਰੇ ਦੇ ਵਿੱਚ ਨਹੀਂ ਰਹਿ ਸਕਦਾ। ਸਭਨਾਂ ਦੇ ਕਮਰੇ ਬੰਦ, ਜਿੰਦਰਾ ਤੇ ਗੁਰਦੁਆਰੇ ਹੋਣੇ ਚਾਹੀਦੇ। ਜੇ ਕੋਈ ਬਾਹਰ ਮਿਲ ਗਿਆ, ਉਹਨੂੰ ਉਸ ਵੇਲੇ ਤਲਬ ਕਰਕੇ ਕਹਿਣਾ ਕਿ ਇਸ਼ਾਰਾ ਪੰਨਾ ਚੁੱਕੋ ਤੇ ਘਰ ਨੂੰ ਜਾਓ। ਗੁਰਦੁਆਰੇ ਦਾ ਕੀ ਫਾਇਦਾ ਜੀ ਕਥਾ ਹੀ ਨਹੀਂ ਸੁਣਨੀ, ਕੀਰਤਨ ਹੀ ਨਹੀਂ ਸੁਣਨਾ। ਇਹਦੇ ਨੂੰ ਬੰਦਾ ਘਰਦਿਆਂ ਦਾ ਕੋਈ ਪੱਠੇ ਕੁਤਰੇ, ਉਹ ਮੱਝਾਂ ਡੰਗਰ ਦੀ ਸੇਵਾ ਕਰੇ। ਜੇ ਘਰਦਿਆਂ ਦਾ ਵੀ ਛੱਡਿਆ ਤੇ ਗੁਰੂ ਘਰ ਦਾ ਵੀ ਕੁਛ ਨਹੀਂ ਸਵਾਰਿਆ, ਨਾ ਕੋਈ ਸੇਵਾ ਨਾ ਸਿਮਰਨ। ਤੇ ਇੰਝ ਮਹਾਂਪੁਰਖਾਂ ਦਾ ਨਿਯਮ ਹੈ ਵੀ ਸੰਗਤ ਦੀ ਹਾਜ਼ਰੀ ਜ਼ਰੂਰ ਭਰਨੀ ਹੈ। ਸੰਗਤ ਦੇ ਨਾਲ ਹੀ ਭਲਾ ਹੈ, ਵਿੱਚ ਸੰਗਤ ਹਰ ਭਰਾ ਵਸਿਆ ਜੀਓ। ਮਹਾਰਾਜ ਕਹਿੰਦੇ ਸੰਗਤ 'ਚ ਪਰਮਾਤਮਾ ਵਸਦਾ। ਜੇ ਘਰ ਆਪਾਂ ਕਮਰੇ ਸੁੱਤੇ ਰਹਾਂਗੇ, ਰੱਬ ਦੇ ਦਰਸ਼ਨ ਕਿੱਥੋਂ ਕਰਾਂਗੇ? ਸੰਗਤ ਤਾਂ ਭੋਗ ਪੈ ਕੇ ਉੱਠ ਕੇ ਚਲੀ ਗਈ, ਫਿਰ ਰੱਬ ਕਿੱਥੋਂ ਲੱਭਾਂਗੇ? ਮਹਾਰਾਜ ਕਹਿੰਦੇ ਰੱਬ ਤਾਂ ਸੰਗਤ 'ਚ ਵਸਦਾ। ਜੇ ਰੱਬ ਨੂੰ ਤੁਸੀਂ ਮਿਲਣਾ ਹੈ ਜਾਂ ਦਰਸ਼ਨ ਕਰਨੇ ਨੇ, ਮਰਿਆਂ ਤੋਂ ਬਾਅਦ ਤਾਂ ਭਲਾ ਕਿਹਨੇ ਵੇਖਿਆ, ਜਿਉਂਦੇ ਆ ਕੇ ਤਾਂ ਮੱਥੇ ਲੱਗੋ ਭਾਈ, ਕੋਈ ਜਾਣ ਪਹਿਚਾਣ ਕਰਾਓ। ਇਸ ਵਾਸਤੇ ਵੇਦ ਕਤੇਬਾ ਸਿਮਰਤ ਸਭ ਸਾਸਤਾ, ਜੋ ਚਾਰੇ ਵੇਦ ਸਾਮ, ਰਿਗਵੇਦ, ਯਜੁਰਵੇਦ, ਅਥਰਵਣ, ਚਾਰੇ ਕਤੇਬ, ਕੁਰਾਨ, ਤੁਰੇਤ, ਅੰਜੀਲ, ਜੰਬੂਰ ਅਤੇ 27 ਸਿਮਰਤੀਆਂ 6 ਸ਼ਾਸਤਰ ਨੇ। ਇਨਾ ਪੜਿਆ ਮੁਕਤ ਨਾ ਹੋਈ। ਕੇਵਲ ਇਹਨਾਂ ਸਾਰਿਆਂ ਨੂੰ ਪੜ੍ਹਨ ਮਾਤਰ ਮੁਕਤੀ ਕਲਿਆਣ ਨਹੀਂ ਹੁੰਦੀ ਹੈ। ਕਿਤਾਬਾਂ ਪੜ੍ਹਨ ਨਾਲ ਮੁਕਤੀ ਹੁੰਦੀ ਤੇ ਫਿਰ ਮਹਾਰਾਜ ਨੇ ਸੇਵਾ ਕਿਉਂ ਕਹਿਣੀ ਸੀਗੀ? ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਇਉਂ ਜਥੇ ਦਾ ਵੀ ਨਿਯਮ ਹੈ ਵੀ ਜਿਹੜਾ ਬੰਦਾ ਜਥੇ 'ਚ ਭਰਤੀ ਹੁੰਦਾ ਉਹਨੂੰ 2.5-3 ਘੰਟੇ ਸੇਵਾ ਕਰਨੀ ਪੈਂਦੀ। ਜਦੋਂ ਮੈਂ ਭਰਤੀ ਉਦੋਂ 1.5 ਘੰਟਾ ਸੀ, ਫਿਰ 2 ਘੰਟੇ ਹੋਈ, ਫਿਰ 2.5 ਘੰਟੇ ਤੇ ਫਿਰ 10 ਸਾਲਾਂ ਬਾਅਦ 3 ਘੰਟੇ। ਮਤਲਬ ਜਿਹੜਾ ਸੰਗਤ 'ਚ ਰਹਿੰਦਾ ਹੈ 3 ਘੰਟੇ ਕੋਈ ਵੀ ਉਹ ਆਪ ਦੀ ਸੇਵਾ ਚੂਜ਼ ਕਰ ਲੈ ਤੇ ਮਹਾਰਾਜ ਦੀ ਸੰਗਤ 'ਚ ਹਾਜ਼ਰੀ ਭਰੇ ਤਾਂ ਭਾਈ ਲਾਭ ਹੈ। ਏਕ ਅੱਖਰ ਜੋ ਗੁਰਮੁਖ ਜਾਪੈ, ਜਿਹੜਾ ਮੁਖੀ ਗੁਰਾਂ ਦੁਆਰਾ ਇੱਕ ਨਾਮ ਰੂਪੀ ਅੱਖਰ ਨੂੰ ਜਪਦਾ ਹੈ, ਤਿਸ ਕੀ ਨਿਰਮਲ ਸੋਈ। ਜਾਂ ਖਰਨ ਤੋਂ ਰਹਿਤ ਅਦਵੈ ਸਰੂਪ ਬ੍ਰਹਮ ਨੂੰ ਜੋ ਗੁਰਮੁਖ ਜਪਦਾ, ਉਸ ਦੀ ਲੋਕ ਅਤੇ ਪਰਲੋਕ ਦੇ ਵਿੱਚ ਉਜਲ ਸੋਭਾ ਹੁੰਦੀ ਹੈ। ਜਦ ਵੀ ਕੋਈ ਬਰਸੀ ਜਾਂ ਕੋਈ ਵੱਡਾ ਸਮਾਗਮ ਹੁੰਦਾ ਤੇ ਮਹਾਂਪੁਰਖਾਂ ਕਹਿਣਾ ਆਪਦੇ ਕਮਰੇ ਦੀਆਂ ਚਾਬੀਆਂ ਫੜਾ ਦਿਓ ਤੇ ਬੈੱਡ ਖਾਲੀ ਕਰ ਦਿਓ। ਆਪ ਕਮਰੇ ਤੋਂ ਬਾਹਰ ਗਲ 'ਚ ਪਰਨਾ ਪਾ ਕੇ ਤੇ ਸੰਗਤ ਨੂੰ ਵੈਲਕਮ ਕਰਨਾ ਗੇਟ 'ਤੇ ਖੜੇ ਹੋ ਕੇ, ਤੇ ਆਪਦੇ ਕਮਰੇ ਸੰਗਤ ਨੂੰ ਸਮਾਉਣਾ ਹੈ। ਸੰਗਤ ਪ੍ਰਾਹੁਣੀ ਹੈ ਗੁਰੂ ਘਰ ਦੀ, ਰੋਟੀ ਵੀ ਪਹਿਲਾਂ ਖਵਾਉਣੀ ਤੇ ਆਪਦੇ ਆਸਣ ਦੇ ਵੀ ਸਮਾਉਣਾ। ਸੰਗਤ ਦਾ ਸਤਿਕਾਰ ਕਰਨਾ ਗੁਰੂ ਘਰ ਦੇ ਸੇਵਾਦਾਰਾਂ ਦਾ ਫਰਜ਼ ਹੈ। ਐਸਾ ਉਹਨਾਂ ਮਹਾਂਪੁਰਖਾਂ ਦਾ ਨਿਯਮ ਸੀਗਾ। ਕੋਈ ਵੀ ਸੰਗਤ ਆਉਣੀ ਤੇ ਖੜੇ ਹੋ ਜਾਣਾ, ਕਹਿੰਦੇ ਪਹਿਲਾਂ ਇਹਨਾਂ ਨੂੰ ਬਹਿਣ ਦਿਓ। ਤੇ ਇਸ ਵਾਸਤੇ ਜਿਹੜੇ ਸੰਗਤ ਸੰਤ ਮਹਾਂਪੁਰਖ ਨੇ ਇਹ ਰੱਬ ਦੇ ਬੰਦੇ ਹਨ। ਖੱਤਰੀ ਬ੍ਰਾਹਮਣ ਸੂਦ ਵੈਸਾ, ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼, ਉਪਦੇਸ਼ ਚਹੁ ਵਰਨ ਕਉ ਸਾਂਝਾ। ਗੁਰੂ ਘਰ ਦਾ ਉਪਦੇਸ਼ ਕਿਸੇ ਵਿਸ਼ੇਸ਼ ਵਿਅਕਤੀ ਲਈ ਵਿਸ਼ੇਸ਼ ਨਹੀਂ ਹੈ। ਚਾਰੇ ਵਰਨਾਂ ਦੇ ਜੀਵਾਂ ਨੂੰ ਨਾਮ ਜਪਣ ਦਾ ਸਾਡਾ ਸਾਂਝਾ ਉਪਦੇਸ਼। ਗੁਰਮੁਖ ਨਾਮ ਜਪੈ ਉਦਰ ਸੋ ਕਲਮ ਹੈ। ਇਹਨਾਂ 4 ਵਰਨਾਂ ਦੇ ਵਿੱਚੋਂ ਜੋ ਵੀ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਅੰਮ੍ਰਿਤ ਛਕ ਕੇ ਨਾਮ ਜਪੇਗਾ ਸੋ ਇਸ ਕਲਯੁਗ ਦੇ ਵਿੱਚ ਉਧਰ ਜਾਏਗਾ, ਪਾਰ ਹੋ ਜਾਏਗਾ। ਕਿਸੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਾਈ ਆਰਡਰ ਨਹੀਂ ਕਹੀਦਾ। ਬਾਬੇ ਅਤਰ ਸਿੰਘ ਦੀ ਮਾਤਾ ਵਾਪਸ ਮੁੜ ਆਈ, ਕਹਿੰਦੇ ਮਾਤਾ ਕੀ ਹੋਇਆ? ਕਹਿੰਦੇ ਧਰਮ ਰਾਜਾ ਕਹਿੰਦਾ ਜਾ ਮਾਈ ਅੰਮ੍ਰਿਤ ਛਕਿਆ ਵੀ ਤੂੰ ਤਾਂ ਅੰਮ੍ਰਿਤ ਹੀ ਨਹੀਂ ਛਕਿਆ, ਹੁਣ ਮੈਂ ਤੇਰਾ ਕੀ ਕਰਾਂ?
ਨਾ ਮੈਂ ਤੈਨੂੰ ਇੱਥੇ ਰੱਖ ਸਕਦਾ, ਨਾ ਨਰਕਾਂ 'ਚ ਭੇਜ ਸਕਦਾ, ਤੂੰ ਬ੍ਰਹਮ ਗਿਆਨੀ ਦੀ ਮਾਂ ਹੈ। ਅਤੇ ਸੱਚਖੰਡ ਮੈਨੂੰ ਤੋਰਿਆ ਅਤੇ ਉੱਥੋਂ ਵੀ ਉਹਨਾਂ ਵਾਪਸ ਕਰ ਦਿੱਤਾ ਵੀ ਮਾਈ ਤੂੰ ਤਾਂ ਅੰਮ੍ਰਿਤ ਨਹੀਂ ਛਕਿਆ। ਵੀ ਬਾਬਾ ਜੀ ਮਹਾਂਪੁਰਖੋ ਤੁਸੀਂ ਸੰਤ ਹੋ, ਮੈਨੂੰ ਦੱਸਿਆ ਨਹੀਂ ਵੀ ਅੰਮ੍ਰਿਤ ਛਕ ਲਓ, ਸਾਰੀ ਦੁਨੀਆ ਅੰਮ੍ਰਿਤਧਾਰੀ ਬਣਾਤੀ। ਕਹਿੰਦੇ ਤੇਰੇ ਲਈ ਕੋਈ ਵੱਖਰਾ ਉਪਦੇਸ਼ ਥੋੜ੍ਹਾ ਸੀਗਾ, ਤੂੰ ਸਾਡੀ ਮਾਂ ਹੈ, ਬਾਈ ਆਰਡਰ ਅਸੀਂ ਕਿਵੇਂ ਆਂਦੇ। ਉਪਦੇਸ਼ ਤਾਂ ਗੁਰੂ ਦਾ ਹੈ, ਸੰਗਤ 'ਚ ਦਈਦਾ, ਕਿਸੇ ਨੂੰ ਬਾਂਹ ਤੋਂ ਫੜ ਕੇ ਨਹੀਂ ਸਮਝਾਈਦਾ ਹੈ। ਅਤੇ ਹੁਣ ਹੀ ਛਕ ਲਾ ਫਿਰ। ਅੰਮ੍ਰਿਤ ਛਕ ਕੇ ਫਿਰ ਉਹਨੇ ਚੜ੍ਹਾਈ ਕੀਤਾ। ਇਸ ਲਈ ਮਹਾਰਾਜ ਦਾ ਸਾਂਝਾ ਉਪਦੇਸ਼ ਘਟ ਘਟ ਨਾਨਕ ਮਾਝਾ। ਸਤਿਗੁਰੂ ਜੀ ਕਥਨ ਕਰਦੇ ਕਿ ਉਹਨੂੰ ਚੌਂ ਖਾਣੀਆਂ ਦੇ ਘਟਾਂ ਘਟਾਂ ਦੇ ਵਿੱਚ ਵਿਆਪਕ ਪਰਮੇਸ਼ਰ ਦਿਸ ਪੈਂਦਾ। ਜਿਹੜਾ ਮਹਾਰਾਜ ਦਾ ਨਾਮ ਜਪਦਾ ਹੈ ਉੱਥੇ ਕਿਰਪਾ ਹੋ ਜਾਂਦੀ ਹੈ। ਇੱਥੇ ਲੜੀਵਾਰ ਕਥਾ ਦੀ ਸਮਾਪਤੀ ਹੈ ਜੀ। ਇਸ ਤੋਂ ਬਾਅਦ ਇੱਕ ਟੂਕ ਮਾਤਰ ਜੋ ਪੰਜਵੇਂ ਪਾਤਸ਼ਾਹ ਨੇ ਸੰਗਰਾਮ ਦਾ ਸ਼ਬਦ ਉਚਾਰਿਆ, ਉਹਦੇ ਦਰਸ਼ਨ ਮਾਤਰ ਆਪਾਂ ਕਰਾਂਗੇ। ਬਾਕੀ ਜਿਹੜੀ ਖੁੱਲ੍ਹੀ ਕਥਾ ਹੈ ਉਹ ਮੈਂ ਤਾਂ ਨਹੀਂ ਕੀਤੀ ਕਿਉਂਕਿ ਮੇਰਾ ਟਾਈਮ ਬਾਅਦ ਵਿੱਚ ਵੀ ਆ, ਅਤੇ ਉਹ ਸੰਗਰਾਮ ਦੀ ਕਥਾ ਜਿਹੜਾ ਅਗਲਾ ਟਾਈਮ ਹੈ ਪ੍ਰਬੰਧਕਾਂ ਵੱਲੋਂ 2 ਤੋਂ 3 ਇਹਨਾਂ ਲਿਖਿਆ ਸ਼ਾਇਦ, ਉਸ ਟਾਈਮ 'ਤੇ ਆਪਦੀ ਹਾਜ਼ਰੀ ਲਵਾਵਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰੋ ਕਿ ਦੋ ਸਮਤ ਬਖਸ਼ੋ। ਖੱਤਰੀ ਬ੍ਰਾਹਮਣ ਸੂਦ ਵੈਸਾਇ ਉਪਦੇਸ਼ ਚੌਂ ਵਰਨ ਕਉ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ। ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸ਼ਲੋਕ ਡੰਡੋਤ ਬੰਦਨ ਅਨਕ ਬਾਰ। ਸਰਬ ਕਲਾ ਸਮਰਥ ਡੋਲਣ ਦੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਮਹਾਂ ਦਿਵਸ ਮੂਰਤ ਭਲੇ। ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ। ਕਿਰਪਾ ਕਰੋ ਹਰੇ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸੁਨ ਪ੍ਰੇਮਿਓ ਮਾਹੜਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਵੇ ਕੰਨਾ ਹਾਹੀ ਸਿਆਰੀ ਗੱਗੀ ਔਂਕੜ ਰਾਰੇ ਦੁਲੰਕੜ। ਵਾਹਿਗੁਰੂ ਜਪਣਾ ਵੀ ਹੈ ਅਤੇ ਸੁਣਨਾ ਵੀ ਹੈ। ਅਸੁਣ ਅ ਵਿਸ਼ੇਸ਼ ਕਰਕੇ ਸੁਣ। ਕੀ ਸੁਣ? ਵਾਹਿਗੁਰੂ ਨਾਮ ਸੁਣ, ਕਥਾ ਸੁਣ, ਕੀਰਤਨ ਸੁਣ। ਪ੍ਰੇਮ ਉਮਾਹੜ ਹੈ, ਫਿਰ ਪ੍ਰੇਮ ਦਾ ਉਤਸ਼ਾਹ ਤੈਨੂੰ ਪ੍ਰਾਪਤ ਹੋਏਗਾ। ਅਸੁਣ ਦਾ ਮਹੀਨਾ ਇਹ ਉਪਦੇਸ਼ ਦੇ ਰਿਹਾ। ਹੁਣ ਨਾ ਠੰਡ ਹੈ ਨਾ ਗਰਮੀ ਹੈ, ਚੌਂਕੜਾ ਮਾਰ ਕੇ ਸੋਹਣੇ ਮੌਸਮ ਵਿੱਚ ਬੰਦਾ ਭਗਤੀ ਕਰ ਸਕਦਾ। ਕੋਈ ਸਹਿਜ ਪਾਠ ਪ੍ਰਾਰੰਭ ਕਰੋ, ਕੋਈ ਵਿਸ਼ੇਸ਼ ਜਾਪ ਪ੍ਰਾਰੰਭ ਕਰੋ, ਪਰ 4 ਚੁਫੇਰੇ ਤੋਂ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮਨ ਵਿੱਚ ਪ੍ਰੇਮ ਦਾ ਉਤਸ਼ਾਹ ਪੈਦਾ ਹੋਏਗਾ। ਕਿਉ ਮਿਲਿਆ ਹਰ ਰਾਏ। ਕਿ ਹਰੀ ਰਾਜੇ ਨੂੰ ਕਿਵੇਂ ਜਾ ਕੇ ਮਿਲੀਏ। ਮਨ ਤਨ ਪਿਆਸ ਦਰਸ਼ਨ ਕਾਨੀ। ਸਾਡੇ ਮਨ ਅਰ ਤਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਦੀ ਬਹੁਤੀ ਪਿਆਸ ਤਰੇ ਲੱਗ ਰਹੀ ਹੈ। ਕੋਈ ਆਣ ਮਿਲਾਵੈ ਮਾਈ। ਇਹ ਭਾਈ ਕੋਈ ਗੁਰੂ ਦਾ ਪਿਆਰਾ ਹੈ, ਕੋਈ ਆਵੇ ਸੰਤੋ। ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੇ। ਦੱਸੋ ਬਾਣੀ ਦੀ ਕਥਾ ਦੀ ਲੋੜ ਹੈ? ਬਿਲਕੁਲ ਨਹੀਂ। ਕਈ ਕਹਿੰਦੇ ਸਮਝ ਨਹੀਂ ਆਉਂਦੀ। ਸਮਝ ਕਿਉਂ ਨਹੀਂ ਆਉਂਦੀ? ਠੇਠ ਪੰਜਾਬੀ ਦੇ ਵਿੱਚ ਕਿੰਨੇ ਸਪਸ਼ਟ ਅੱਖਰ ਗੁਰੂ ਜੀ ਨੇ ਸਾਰੰਗ ਰਾਗ ਦੇ ਵਿੱਚ ਲਿਖੇ ਨੇ। ਅਤੇ ਕੋਈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਪਿਆਰਾ ਸੰਤ ਗੁਰਸਿੱਖ ਆਵੇ
ਮੈਨੂੰ ਗੁਰੂ ਦੇ ਨਾਲ ਵਾਹਿਗੁਰੂ ਨਾਲ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ, ਕਿਉਂਕਿ ਸੰਤ ਰੱਬ ਵਿੱਚ ਪ੍ਰੇਮ ਲਾਉਣ ਵਿੱਚ ਸਹਾਇਤਾ ਕਰਦੇ ਨੇ। ਹਉ ਤਿਨ ਕਹਿ ਲਾਗਾ ਪਾਏ, ਕਾਰ ਸੇਵਾ ਵਾਲੇ ਸੇਵਾ ਦੇ ਬਹਾਨੇ ਪ੍ਰੇਮ ਲਾ ਦਿੰਦੇ ਨੇ। ਜਿਹਦੇ ਕੋਲ ਸੇਵਾ ਕਰਾ ਦਿੱਤੀ ਉਹ ਕਿੱਥੇ ਭੱਜ ਕੇ ਜਾਊਗਾ, ਉਹ ਫਿਰ ਅੰਮ੍ਰਿਤ ਛਕ ਹੀ ਲਊਗਾ। ਤੋ ਕਥਾ ਕੀਰਤਨ ਸੁਣਾ ਸੁਣਾ ਕੇ ਸੰਗਤ ਜਿਹੜੀ ਹੈ ਮਹਾਰਾਜ ਦਾ ਪ੍ਰੇਮ ਪੈਦਾ ਕਰ ਦਿੰਦੀ ਹੈ। ਇਸ ਲਈ ਮੈਂ ਉਹਨਾਂ ਦੇ ਚਰਨੀ ਲੱਗਣਾ ਕਰਾਂ, ਸੰਤਾਂ ਨੂੰ ਮੱਥਾ ਟੇਕਾਂ। ਵਿਣ ਪ੍ਰਭ ਕਿਉ ਸੁਖ ਪਾਈਆ, ਬਿਨਾਂ ਪ੍ਰਭੂ ਤੋਂ ਕਿਵੇਂ ਸੁਖ ਪਾਈਏ ਭਾਈ। ਦੂਜੇ ਨਾਹੀ ਜਾਏ, ਦੂਜੀ ਹੋਰ ਕੋਈ ਜਗ੍ਹਾ ਨਹੀਂ ਹੈ ਸੁਖ ਵਾਲੀ। ਜਿਨੇ ਚਾਖਿਆ ਪ੍ਰੇਮ ਰਾਸਾ, ਜਿਨ੍ਹਾਂ ਪ੍ਰੇਮ ਦਾ ਰਸ ਚੱਖ ਲਿਆ ਹੈ ਸੇ ਤ੍ਰਿਪਤ ਰਹੇ ਆਗਾਏ। ਉਹ ਤ੍ਰਿਪਤ ਹੋ ਕੇ ਰੱਜ ਗਏ ਨੇ। ਬਾਅਦ ਵਿੱਚ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗੀ। ਆਪ ਤਿਆਗ ਬਿਨਤੀ ਕਰਹਿ, ਆਪਣਾ ਆਪ ਤਿਆਗ ਕੇ ਬੇਨਤੀ ਜਿਹੜੇ ਕਰਦੇ ਨੇ। ਲਿਹੋ ਪ੍ਰਭੂ ਲੜ ਲਾਏ, ਕਿ ਹੇ ਪ੍ਰਮਾਤਮਾ ਸਾਨੂੰ ਆਪ ਦੇ ਅੰਮ੍ਰਿਤ ਛਕਾ ਕੇ ਸਿੱਖੀ ਰੂਹ ਪੱਲੇ ਨਾ ਲਾਲ। ਜੋ ਹਰ ਕੰਤ ਮਿਲਾਈਆ, ਜਿਵੇਂ ਇਸਤਰੀ ਜਿਹੜੀ ਹੈ ਆਨੰਦ ਕਾਰਜਾਂ ਮੌਕੇ ਆਪਣੇ ਪਤੀ ਦਾ ਪੱਲਾ ਫੜਦੀ ਹੈ, ਉਹਨੂੰ ਪਤੀ ਦਾ ਆਸਰਾ ਹੈ। ਬੱਚਾ ਆਪਣੇ ਪਿਓ ਦੀ ਉਂਗਲ ਪਕੜਦਾ ਹੈ। ਇਉਂ ਛੇਵੇਂ ਪਾਤਸ਼ਾਹ ਦਾ ਪੱਲਾ ਫੜ ਕੇ 52 ਰਾਜੇ ਰਿਹਾ ਹੋ ਗਏ। ਮਹਾਰਾਜ ਸਾਨੂੰ ਵੀ ਸਿੱਖੀ ਦਾ ਪੱਲਾ ਪਕੜਾ ਤੇ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਦੇ ਲੜ ਲਾ ਲੈ। ਕਿਉਂਕਿ ਜੋ ਹਰੀਪਤੀ ਨੇ ਆਪਦੇ ਨਾਲ ਗੁਰਸਿੱਖ ਸੰਤਾਂ ਰੂਪ ਸਖੀਆਂ ਮਿਲਾਈਆਂ ਨੇ, ਸੇ ਵਿਛੜ ਕਤਹ ਨ ਜਾਏ। ਉਹ ਵਿਛੜ ਕੇ ਬਾਅਦ ਵਿੱਚ ਕਿਤੇ ਹੋਰ ਨਹੀਂ ਜਾਂਦੀਆਂ। ਜੇ ਇਸ ਜਨਮ 'ਚ ਮੁਕਤੀ ਨਾ ਮਿਲੀ ਫਿਰ ਮਹਾਰਾਜ ਦੁਬਾਰਾ ਤੋਂ ਮੌਕਾ ਦੇਣਗੇ। ਰੱਬ ਤੋਂ ਵਿਛੜਦੇ ਨਹੀਂ ਹਨ, ਜੂਨਾਂ ਦੇ ਵਿੱਚ ਨਹੀਂ ਜਾਂਦੇ। ਪ੍ਰਭ ਵਿਣ ਦੂਜਾ ਕੋ ਨਹੀਂ, ਪਰਮਾਤਮਾ ਤੋਂ ਬਗੈਰ ਦੂਜਾ ਹੋਰ ਕੋਈ ਸਮਰੱਥ ਨਹੀਂ ਹੈ। ਨਾਨਕ ਹਰਿ ਸਰਣਾਏ, ਸਹਿਬ ਕਥਨ ਕਰਦੇ ਨੇ ਅਸੀਂ ਹਰੀ ਦੀ ਸ਼ਰਨ ਵਿੱਚ ਆਏ ਹਾਂ। ਅਸੁ ਸੁਖੇ ਵਸੰਦੀਆ, ਅਸੂ ਦਾ ਮਹੀਨਾ ਚੜ੍ਹਿਆ ਜੇ, ਇਹਦੇ ਵਿੱਚ ਉਹ ਗੁਰਸਿੱਖ ਸੰਤਾਂ ਮਹਾਤਮਾ ਰੂਪ ਸਖੀਆਂ ਸੁਖੀ ਵਸਦੀਆਂ ਨੇ। ਜਿੰਨਾ ਮਾਇਆ ਹਰ ਰਾਏ, ਜਿਨ੍ਹਾਂ ਦੇ ਹਰੀ ਰਾਜੇ ਦੀ ਕਿਰਪਾ ਹੈ। ਕਿਰਪਾ ਹਾਸਲ ਕਰਨ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਦੋਨੇ ਟਾਈਮ ਕਿ ਮਹਾਰਾਜ ਸਾਨੂੰ ਬਖਸ਼ ਲੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਉਹਨੂੰ ਆਪਦੇ ਜਸ ਗਾਉਣ ਦੀ ਦਾਤ ਬਖਸ਼ ਦੇ। ਜਿਹੜਾ ਜਸ ਗਾਉਂਦਾ ਉਹਦਾ ਪਾਰ ਉਤਾਰਾ ਹੁੰਦਾ ਹੈ। ਸੰਤਾ ਸੰਗਤ ਪਾਈ ਹੈ, ਜਿਤ ਜਮ ਕੇ ਪੰਥ ਨਾ ਜਾਈਐ। ਤੋਸਾ ਹਰ ਕਾ ਨਾਮ ਲੈ, ਤੇਰੇ ਕੋਲੇ ਨਾ ਲਾਗੇ ਗਾਲ ਜੀਓ। ਇਹ ਅਸੂ ਦਾ ਮਹੀਨਾ ਚੜ੍ਹਿਆ ਹੈ। ਮਾਰੇ ਸੁਖ ਸ਼ਾਂਤੀ ਪਾਣੀ ਅੰਦਰ ਬਤੀਤ ਕਰਨ ਜੀ। ਭੁੱਲ ਚੁੱਕ ਮਾਫ ਕਰੋ, ਅੱਗੇ ਤੋਂ ਸਮਤ ਬਖਸ਼ਿਓ। ਵੈਣ ਪ੍ਰਭ ਵੈਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਬਸੰਦੀਆਂ ਜਿਨਾ ਮਾਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ